ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਕੇ ਚਰਨਾਂ ਕਮਲਾਂ ਦੀ ਹਾਜ਼ਰੀ ਭਰਦੀ ਹੋਈ, ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਪਾਵਨੇ ਅਸਥਾਨ ਤੇ ਲੜੀਵਾਰ ਰੂਪ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨੀ ਇਤਿਹਾਸ ਚੱਲ ਰਿਹਾ ਹੈ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ, ਜਿਵੇਂ ਬਹਾਦਰ ਸ਼ਾਹ ਦੇ ਯਾਦ ਕਰਨ ਤੋਂ ਭਾਈ ਧਰਮ ਸਿੰਘ ਜੀ ਨੇ ਅਰਦਾਸ ਬੇਨਤੀ ਕਰਨੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਸ਼ਹੀਦੀ ਫੌਜਾਂ ਦੇ ਸਮੇਤ ਜੰਗ ਦੇ ਮੈਦਾਨ ਵਿੱਚ ਦਰਸ਼ਨ ਦੇਣੇ, ਤਾਰਾ ਆਜ਼ਮ ਨੂੰ ਮਾਰਨਾ, ਬਹਾਦਰ ਸ਼ਾਹ ਦੀ ਜਿੱਤ ਕਰਾਉਣੀ। ਉਪਰੰਤ ਸਾਰੀਆਂ ਫੌਜਾਂ ਨੂੰ, ਸਾਰੇ ਜਰਨੈਲਾਂ ਨੂੰ ਉਹਨਾਂ ਦੇ ਬਣਦਾ ਮਾਣ ਸਨਮਾਨ ਦੇ ਕੇ, ਅਹੁਦੇ ਮੁਰਾਤਬੇ ਦੇ ਕੇ ਬਹਾਦਰ ਸ਼ਾਹ ਨੇ ਸਾਰੀ ਫੌਜ ਨੂੰ ਅਪਣਾਇਆ। ਫਿਰ ਆਗਰੇ ਗਿਆ ਬਹਾਦਰ ਸ਼ਾਹ। ਕੁਝ ਦਿਨ ਹੋਏ ਜਿਸ ਵੇਲੇ ਇਹ ਬਾਦਸ਼ਾਹੀ ਪ੍ਰਾਪਤ ਹੋਈ ਨੂੰ, ਭਾਈ ਧਰਮ ਸਿੰਘ ਜੀ ਨੂੰ ਬੁਲਾ ਕਰਕੇ ਬਹੁਤ ਸਤਿਕਾਰ ਕੀਤਾ, ਬੇਨਤੀ ਕੀਤੀ ਕਿ ਕਲਗੀਧਰ ਪਾਤਸ਼ਾਹ ਜੀ ਨੇ ਜੋ ਵਚਨ ਕੀਤਾ ਸੀ ਉਹ ਪੂਰਾ ਕੀਤਾ ਤੇ ਮੈਨੂੰ ਇਹ ਜਿੱਤ ਦਿਵਾਈ ਹੈ, ਰਾਜ ਭਾਗ ਦਵਾਇਆ ਹੈ। ਬੇਨਤੀ ਕੀਤੀ ਕਿ ਭਾਈ ਧਰਮ ਸਿੰਘ ਜੀ
ਤੁਸੀਂ ਮੇਰੀ ਬੇਨਤੀ ਕਰੋ ਜਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਇੱਥੇ ਆਗਰੇ ਆ ਕਰਕੇ ਦਰਸ਼ਨ ਦੇਣ। ਪੰਜਾਂ ਸਿੰਘਾਂ ਨੂੰ ਸਿਰੋਂ ਪਾਉ ਦਿੱਤੇ। ਭਾਈ ਧਰਮ ਸਿੰਘ ਜੀ ਦਾ ਮਾਣ ਸਨਮਾਨ ਕੀਤਾ ਬਹਾਦਰ ਸ਼ਾਹ ਨੇ। ਤੇ ਫਿਰ ਪੰਜਾਂ ਸਿੰਘਾਂ ਦੇ ਸਮੇਤ ਭਾਈ ਧਰਮ ਸਿੰਘ ਜੀ ਜਿਸ ਵੇਲੇ ਵਾਪਸ ਜਾਂਦੇ ਕਲਗੀਧਰ ਪਾਤਸ਼ਾਹ ਜੀ ਨੂੰ ਮਿਲਦੇ ਆ ਤੇ ਦਸ਼ਮੇਸ਼ ਪਾਤਸ਼ਾਹ ਮੌਜ ਦੇ ਮਾਲਕ ਕਹਿਣ ਲੱਗੇ, ਭਾਈ ਧਰਮ ਸਿੰਘ ਜੀ ਬਾਦਸ਼ਾਹੀ ਜੰਗ ਯੁੱਧ ਕਿਵੇਂ ਹੋਇਆ, ਕਿਸ ਦੀ ਜਿੱਤ ਹੋਈ, ਕਿਸ ਦੀ ਹਾਰ ਹੋਈ? ਭਾਈ ਧਰਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਸਭ ਕੁਝ ਕਰਨ ਕਰਾਉਣ ਵਾਲੇ ਤੁਸੀਂ ਹੋ, ਤੁਸੀਂ ਆਪ ਕਿਰਪਾ ਕੀਤੀ ਆ, ਜੰਗ ਫਤਿਹ ਤੁਸੀਂ ਕਰਾਇਆ। ਮਹਾਰਾਜ ਕਹਿਣ ਲੱਗੇ, ਨਹੀਂ ਦੱਸੋ। ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਹੁਕਮ ਦੇ ਨਾਲ ਫਿਰ ਬੇਨਤੀ ਕਰਦਾ ਹਾਂ। ਜਦੋਂ ਬਹਾਦਰ ਸ਼ਾਹ ਦੀ ਹਾਰ ਹੋ ਰਹੀ ਸੀ, ਬਹੁਤ ਘਿਘਿਆ ਰਿਹਾ ਸੀ, ਤਰਲੇ ਪਾ ਰਿਹਾ ਸੀ, ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਤੁਸੀਂ ਉਸੇ ਵੇਲੇ ਮਹਾਰਾਜ ਝੂਲਦੇ ਹੋਏ ਨਿਸ਼ਾਨਾਂ ਦੇ ਸਮੇਤ ਤੇ ਸਿੰਘਾਂ ਸ਼ਹੀਦਾਂ ਦੀ ਫੌਜ ਦੇ ਸਮੇਤ ਮਹਾਰਾਜ ਦਰਸ਼ਨ ਦਿੱਤੇ ਜੰਗ ਦੇ ਮੈਦਾਨ ਵਿੱਚ। ਤੁਸੀਂ ਮਹਾਰਾਜ ਇਸ ਜੰਗ ਫਤਿਹ ਕਰਵਾਈ ਹੈ। ਜਦੋਂ ਤਾਰਾ ਆਜਮ ਨੂੰ ਆਪ ਜੀ ਨੇ ਮਾਰਿਆ ਤੇ ਉਸੇ ਵੇਲੇ ਜਿੱਤ ਦਾ ਨਗਾਰਾ ਵੱਜ ਗਿਆ। ਹੁਣ ਮਹਾਰਾਜ ਬਹਾਦਰ ਸ਼ਾਹ ਆਪ ਜੀ ਦੇ ਚਰਨਾਂ ਤੇ ਵਾਰ-ਵਾਰ ਬੇਨਤੀ ਕਰਦਾ ਹੈ, ਆਪ ਕਿਰਪਾ ਕਰੋ, ਮਹਾਰਾਜ ਬਹਾਦਰ ਸ਼ਾਹ ਨੂੰ ਦਰਸ਼ਨ ਦਿਓ। ਸਤਿਗੁਰੂ ਇਸ ਤਰ੍ਹਾਂ ਬਹਾਦਰ ਸ਼ਾਹ ਦੀ ਬੇਨਤੀ ਭਾਈ ਧਰਮ ਸਿੰਘ ਜੀ ਦੇ ਪਾਸੋਂ ਸੁਣ ਕਰਕੇ ਆਪਣੇ ਸਿੰਘਾਂ ਦੇ ਸਮੇਤ ਫਿਰ ਮਹਾਰਾਜ ਨੇ ਦਿੱਲੀ ਦੀ ਤਰਫ ਨੂੰ ਪਹਿਲਾਂ ਚਾਲੇ ਪਾਏ। ਬਹਾਦਰ ਸ਼ਾਹ ਆਗਰੇ ਆ। ਮਹਾਰਾਜ ਦਿੱਲੀ ਵੱਲ ਨੂੰ ਜਦੋਂ ਗਏ ਆ ਤੇ ਦਿੱਲੀ ਦੀ ਸੰਗਤ ਨੂੰ ਜਦੋਂ ਪਤਾ ਲੱਗਾ, ਦਿੱਲੀ ਦੇ ਨੇੜੇ ਹੀ ਆ ਗਏ, ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਸਿੰਘਾਂ ਦੇ ਸਮੇਤ, ਤਾਂ ਸੰਗਤਾਂ ਆਪੋ ਆਪਣੀਆਂ ਸਵਾਰੀਆਂ ਤੇ ਚੜ੍ਹ ਕੇ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਕਈ ਬੈਲ ਗੱਡੀਆਂ ਤੇ ਚੜ੍ਹ ਕੇ ਸੰਗਤਾਂ ਆਈਆਂ, ਕਿਉਂਕਿ ਉਦੋਂ ਸਾਧਨ ਇਸ ਤਰ੍ਹਾਂ ਦੇ ਹੀ ਸੀ ਤੇ ਉਹ ਬਲਦਾਂ ਵਾਲੀਆਂ ਗੱਡੀਆਂ ਦੇ ਉੱਤੇ, ਗੱਡਿਆਂ ਦੇ ਉੱਤੇ ਪਰਿਵਾਰਾਂ ਦੇ ਪਰਿਵਾਰ ਬੈਠ ਕੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਕਈ ਰੱਥਾਂ ਦੇ ਉੱਤੇ, ਦੋਹਾਂ ਘੋੜਿਆਂ ਵਾਲੇ ਰੱਥ, ਉਹਨਾਂ ਤੇ ਬੈਠ ਕਰਕੇ ਆਏ। ਕਈ ਘੋੜਿਆਂ ਤੇ ਸਵਾਰ ਹੋ ਕੇ ਆਏ, ਕਈ ਪੈਦਲ ਹੀ ਚੱਲ ਕੇ ਆਏ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਸੰਗਤ ਨੇ ਲਿਆਂਦੀਆਂ। ਰਸਤੇ ਵਿੱਚ ਹੀ ਆ ਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ। ਤਾਂ ਗਰੀਬ ਨਵਾਜ ਸਾਹਿਬ ਜੀ ਦੇ ਕਿਵੇਂ ਸੰਗਤ ਦਰਸ਼ਨ ਕਰ ਰਹੀ ਆ। ਸਤਿਗੁਰੂ ਦਿੱਲੀ ਵੱਲ ਨੂੰ ਜਾ ਰਹੇ ਆ। ਇੱਥੋਂ ਅੱਗੇ ਲੜੀਵਾਰ ਇਤਿਹਾਸ ਆਰੰਭ ਹੁੰਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਆ ਪੱਖਾ ਬੰਦ ਕਰ ਦਿਓ, ਪੱਖਾ। ਜਦੋਂ ਸੁਣ ਸਿੱਖਣ, ਜਦੋਂ ਸਿੱਖਾਂ ਨੇ ਸੁਣਿਆ ਤੇ ਮਨ ਦੇ ਵਿੱਚ ਬੜਾ ਚਾਅ ਪੈਦਾ ਹੋਇਆ ਤੇ ਦਰਸ਼ਨ ਕਰਨ ਵਾਸਤੇ ਦਿੱਲੀ ਦੀ ਸੰਗਤ ਅਗਲਵਾਂਢੀ ਹੋ ਕਰਕੇ ਚੱਲ ਪਈ। ਕਈ ਬੈਲ ਗੱਡੀਆਂ ਤੇ ਸਵਾਰ ਹੋ ਕਰਕੇ ਚੱਲ ਪਏ। ਕਈ ਰੱਥਾਂ ਦੇ ਉੱਤੇ ਸਵਾਰ ਹੋ ਕਰਕੇ ਉਹਨਾਂ ਨੇ ਰੱਥ ਭਜਾਏ ਹਨ। ਕਈ ਘੋੜਿਆਂ ਤੇ ਸਵਾਰ ਹੋ ਕਰਕੇ ਘੋੜਿਆਂ ਨੂੰ ਭਜਾ ਕੇ ਚੱਲ ਪਏ। ਬਹੁਤੇ ਪੈਦਲ ਹੀ ਚੱਲ ਪਏ, ਜਿਨ੍ਹਾਂ ਦੇ ਹਿਰਦੇ ਵਿੱਚ ਬੜੀ ਭਾਵਨਾ ਹੈ, ਆਪਾਂ ਪੈਦਲ ਹੀ ਅਗਲਵਾਂਢੀ ਹੋ ਕੇ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਾਂਗੇ। ਅਨੇਕ ਤਰ੍ਹਾਂ ਦੀਆਂ ਭੇਟਾਵਾਂ ਆਪਣੇ ਹੱਥਾਂ ਵਿੱਚ ਫੜੀਆਂ ਹੋਈਆਂ ਹਨ। ਅਗਲਵਾਂਢੀ ਹੋ ਕਰਕੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੂੰ ਜਾ ਕੇ ਮਿਲੇ। ਹਿਰਦੇ ਵਿੱਚ ਭਾਵਨਾ ਧਾਰਨ ਕਰ ਕਰਕੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਸੀਸ ਰੱਖ ਕੇ ਨਮਸਕਾਰਾਂ ਕਰਦੇ ਸਿੱਖ
ਵਸਤਰ ਵੀ, ਗਹਿਣੇ ਵੀ, ਹਜ਼ਾਰਾਂ ਰੁਪਈਏ ਵੀ, ਕਈ ਹਜ਼ਾਰਾਂ ਹੀ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਦੇ ਹਨ। ਮਾਇਆ ਭੇਟ ਕੀਤੀ, ਹਜ਼ਾਰਾਂ ਦੇ ਗਹਿਣੇ, ਹਜ਼ਾਰਾਂ ਦੇ ਵਸਤਰ ਭੇਟਾ ਕੀਤੇ ਤੇ ਸਾਰੀਆਂ ਸੰਗਤਾਂ ਦੀ ਜਿਹੋ ਜਿਹੋ ਜੀ ਭਾਵਨਾ ਸੀ ਉਹ ਦਸ਼ਮੇਸ਼ ਪਾਤਸ਼ਾਹ ਜੀ ਨੇ ਪੂਰੀ ਕੀਤੀ। ਇਸ ਤਰ੍ਹਾਂ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ, ਸੋਹਣੀ ਦ੍ਰਿਸ਼ਟੀ ਨਾਲ ਸਿੱਖ ਸੰਗਤਾਂ ਵੱਲੇ ਮਹਾਰਾਜ ਨੇ ਤੱਕਿਆ ਤੇ ਨਿਹਾਲ ਕੀਤਾ। ਤੇ ਦਿੱਲੀ ਸ਼ਹਿਰ ਦੇ ਬਾਰ-ਬਾਰ ਜਮਨਾ ਨਦੀ ਦੇ ਪਾਰਲੇ ਪਾਸੇ, ਜਿੱਥੇ ਜਮਨਾ ਇਸੇ ਤਰ੍ਹਾਂ ਮਜਨੂ ਦਾ ਟਿੱਲਾ ਹੈ, ਉਸ ਥਾਂ ਤੇ ਉਸ ਇਲਾਕੇ ਵਿੱਚ ਮਹਾਰਾਜ ਨੇ ਪੜਾ ਕੀਤਾ। ਖਾਲਸੇ ਦਾ ਦੀਵਾਨ ਲੱਗ ਗਿਆ। ਹੁਣ ਦਿੱਲੀ ਨਗਰ ਦੇ ਮਾਈ ਭਾਈ ਸੰਗਤਾਂ ਆਉਂਦੇ ਜਾਂਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ, ਕਿਉਂਕਿ ਉੱਥੇ ਮਹਾਰਾਜ ਸਾਹਿਬ ਜੀ ਨੇ ਡੇਰਾ ਕਰ ਲਿਆ ਹੈ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸੋਹਣੇ ਸਰੂਪ ਤੋਂ ਸਿੱਖ ਸੰਗਤਾਂ ਬਲਿਹਾਰ ਜਾ ਰਹੀਆਂ, ਕੁਰਬਾਨ ਜਾ ਰਹੀਆਂ। ਐਸਾ ਸੁੰਦਰ ਸਰੂਪ ਹੈ ਦਸ਼ਮੇਸ਼ ਪਾਤਸ਼ਾਹ ਜੀ ਦਾ। ਬਲਿਹਾਰੀ ਗੁਰ ਆਪਣੇ ਦੇਵਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਤਰ੍ਹਾਂ ਇੱਕ ਦਿਨ ਮਹਾਰਾਜ ਸਾਹਿਬ ਜੀ ਡੇਰੇ ਦੇ ਵਿੱਚ, ਭਾਵ ਜਿੱਥੇ ਪੜਾ ਕੀਤਾ ਹੋਇਆ ਹੈ, ਉੱਥੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਤਾਂ ਇੱਕ ਦਿਨ ਬਹੁਤਾ ਸਿੱਖਾਂ ਦਾ ਜਥਾ ਆਇਆ ਦਿੱਲੀ ਸ਼ਹਿਰ ਦੇ ਵਿੱਚੋਂ, ਤੇ ਉਹਨਾਂ ਨੇ ਆ ਕਰਕੇ ਹੱਥ ਜੋੜੇ, ਨਮਸਕਾਰਾਂ ਕੀਤੀਆਂ। ਤੇ ਇਹ ਜੋ ਦਿੱਲੀ ਸ਼ਹਿਰ ਵਿੱਚੋਂ ਸਿੱਖਾਂ ਸੇਵਕਾਂ ਦਾ ਜਥਾ ਆਇਆ ਨਾ, ਵੱਡੀ ਗਿਣਤੀ ਵਿੱਚ, ਜਦੋਂ ਨਮਸਕਾਰਾਂ ਕਰਕੇ ਮਹਾਰਾਜ ਸਾਹਿਬ ਜੀ ਦੇ ਪਾਸ ਬੈਠ ਗਏ, ਖੁਸ਼ੀ ਕਰੀ ਸਭ ਪਰ ਸੁਖ ਲਈ। ਮਹਾਰਾਜ ਨੇ ਸਾਰਿਆਂ ਤੇ ਖੁਸ਼ੀ ਕੀਤੀ ਹੈ ਤੇ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਾ ਸੁਖ ਲਿਆ ਹੈ। ਸੁਭਾਏ ਮਨ ਮੁਖ ਤੋਂ ਮਹਾਰਾਜ ਸਾਹਿਬ ਜੀ ਨੇ ਫਿਰ ਆਗਿਆ ਕੀਤੀ ਆ ਇਹ ਦਿੱਲੀ ਦੇ ਸਿੱਖਾਂ ਨੂੰ। ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਦਿੱਲੀ ਵੇਖਣਾ ਚਾਹੁੰਦੇ ਹਾਂ, ਇਹ ਤੁਸੀਂ ਦਿੱਲੀ ਵਿੱਚ ਰਹਿਣ ਵਾਲੇ ਹੋ, ਇਸ ਕਰਕੇ ਸਿੱਖੋ ਵੀ ਸਾਨੂੰ ਦਿੱਲੀ ਵਿਖਾਓ ਤੁਸੀਂ। ਅਸੀਂ ਸਾਰੀ ਦਿੱਲੀ ਵੇਖਣਾ ਚਾਹੁੰਦੇ ਆ ਵੀ ਜੋ ਦਿੱਲੀ ਦੇ ਵਿੱਚ ਕਿਲਾ ਬਣਿਆ ਹੈ, ਤੇ ਇਹ ਬੜਾ ਮਸ਼ਹੂਰ ਹੈ ਦਿੱਲੀ ਦਾ ਕਿਲਾ, ਜਿਹਨੂੰ ਲਾਲ ਕਿਲਾ ਕਹਿੰਦੇ ਆ, ਦਿੱਲੀ ਦਾ ਲਾਲ ਕਿਲਾ। ਫਿਰ ਇਸੇ ਤਰ੍ਹਾਂ ਬਾਜ਼ਾਰ ਤੇ ਆਦਿਕ ਹੋਰ ਵੀ ਜਿਹੜੇ ਥਾਂ ਆ ਦਿੱਲੀ ਦੇ ਵਿੱਚ ਵੇਖਣ ਯੋਗ, ਜਾਮਾ ਮਸਜਿਦ ਆਦਿਕ, ਤਾਂ ਉਹ ਸਾਨੂੰ ਸਾਰੀ ਇਹ ਦਿੱਲੀ ਦੀਆਂ ਜਿਹੜੀਆਂ ਮੁੱਖ ਚੀਜ਼ਾਂ ਹਨ ਵੇਖਣ ਵਾਲੀਆਂ, ਇਹ ਸਾਰੀ ਦਿੱਲੀ ਵਿਖਾਓ ਤੁਸੀਂ। ਮਹਾਰਾਜ ਕਹਿੰਦੇ ਅਸੀਂ ਵੀ ਦਿੱਲੀ ਸ਼ਹਿਰ ਦੀ ਸੁੰਦਰਤਾ ਬੜੀ ਸੁਣੀ ਆ, ਵੀ ਦਿੱਲੀ ਦਾ ਬੜਾ ਨਾਮ ਸੁਣਦੇ ਆ, ਤੇ ਦਿੱਲੀ ਦੀਆਂ ਜਿਹੜੀਆਂ ਇਹ ਕੁਝ ਵਸਤੂਆਂ ਵਾ ਦਿੱਲੀ ਦੇ ਵਿੱਚ, ਦਿੱਲੀ ਦਾ ਕਿਲਾ ਹੈ ਜਾਂ ਹੋਰ ਕੁਝ ਵੇਖਣ ਵਾਲੀਆਂ ਥਾਵਾਂ, ਉਹਨਾਂ ਦੀ ਸੁੰਦਰਤਾ ਅਸੀਂ ਆਪਣੇ ਕੰਨੀ ਬਹੁਤ ਵਾਰੀ ਸੁਣੀ ਹੈ। ਹੁਣ ਜਦੋਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਤੇ ਦਿੱਲੀ ਦੇ ਸਿੱਖਾਂ ਨੇ ਫਿਰ ਆਪਸ ਵਿੱਚ ਮਿਲ ਕਰਕੇ ਸਲਾਹ ਕੀਤੀ ਹੈ। ਕਹਿਣ ਲੱਗੇ ਵੀ ਇਹ ਗੱਲ ਧਿਆਨ ਬਣੀ ਆ ਨਾ ਸਾਡੇ ਵਾਸਤੇ। ਆਪਸ ਵਿੱਚ ਸਲਾਹਾਂ ਕਰਦੇ ਵੀ ਮਹਾਰਾਜ ਨੇ ਤੇ ਬਚਨ ਕਰ ਦਿੱਤਾ ਵਾ ਵੀ ਦਿੱਲੀ ਵਿਖਾਓ ਸਾਨੂੰ, ਤੇ ਹੁਣ ਗੁਰੂ ਸਾਹਿਬ ਜੀ ਨੂੰ ਆਪਾਂ ਦਿੱਲੀ ਵਿੱਚ ਲੈ ਕੇ ਜਾਵਾਂਗੇ ਤੇ ਇਹ ਗੱਲ ਸਾਡੇ ਵਾਸਤੇ ਅਸਮੰਜਸ ਵਾ ਵੀ ਠੀਕ ਨਹੀਂ ਹੈ, ਅਣਬਣ ਹੈ, ਵੀ ਇਹਦੇ ਵਿੱਚ ਸਾਨੂੰ ਘਾਟਾ ਪਵੇਗਾ। ਉਹਨਾਂ ਦਾ ਸੋਚਣਾ ਹੈ ਨਾ, ਕਿਉਂਕਿ ਸਿੱਖ ਸਾਰੇ ਇੱਕ ਭਾਵਨਾ ਵਾਲੇ ਥੋੜ੍ਹਾ ਹੁੰਦੇ, ਹਰ ਇੱਕ ਦੀ ਵੱਖਰੀ ਵੱਖਰੀ ਭਾਵਨਾ ਹੈ, ਹਰ ਇੱਕ ਦਾ ਵੱਖਰਾ ਵੱਖਰਾ ਸੋਚਣਾ ਹੈ। ਤਾਂ ਉਸ ਵੇਲੇ ਉਹ ਸੋਚਣ ਲੱਗ ਪਏ, ਕੀ ਸੋਚਦੇ ਆ? ਅਗਲੀਆਂ ਪੰਕਤੀਆਂ ਵਿੱਚ ਆਵੇਗਾ,
ਉਹ ਸਿੱਖ ਆਪਸ ਵਿੱਚ ਸਲਾਹ ਕਰਦੇ ਸੋਚਣ ਲੱਗ ਪਏ ਵੀ ਦਿੱਲੀ ਦੇ ਵਿੱਚ ਕਈ ਸੈਯਦ ਵਾ, ਕਈ ਮੁਗਲ ਵਾ, ਕਈ ਪਠਾਨ ਹਨ ਹਜ਼ਾਰਾਂ ਦੀ ਗਿਣਤੀ ਵਿੱਚ, ਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਕਈ ਜੰਗ ਕਰਦੇ ਆ, ਸਤਿਗੁਰੂ ਜੀ ਨੇ ਜੰਗ ਦੇ ਵਿੱਚ ਮਾਰੇ ਆ। ਤੇ ਕਈ ਪਠਾਨ, ਕਈ ਸੈਯਦ, ਕਈ ਮੁਗਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਕਰਦੇ ਆ ਮਹਾਰਾਜ ਨੇ ਮਾਰੇ। ਕਈਆਂ ਨੂੰ ਚਮਕੌਰ ਦੀ ਜੰਗ ਦੇ ਵਿੱਚ ਮੌਤ ਦੇ ਘਾਟ ਹੀ ਉਤਾਰਿਆ। ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਜੋ ਤੁਰਕਾਂ ਦੀ ਫੌਜ ਸਤਿਗੁਰੂ ਜੀ ਨੇ ਮਾਰੀ ਹੈ, ਤੇ ਕਿਸੇ ਦਾ ਪੁੱਤਰ ਮਰਿਆ ਹੈ, ਕਿਸੇ ਦਾ ਭਤੀਜਾ ਮਰਿਆ, ਕਿਸੇ ਦਾ ਭਰਾ ਮਰਿਆ, ਤੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਤੇ ਦਿੱਲੀ ਵਿੱਚ ਵਸਦੇ, ਕਿਉਂਕਿ ਦਿੱਲੀ ਵਿੱਚ ਮੁਗਲਿਆ ਹਕੂਮਤ ਹੀ ਸੀ। ਇਸ ਕਰਕੇ ਭਾਵੇਂ ਹੁਣ ਔਰੰਗਜ਼ੇਬ ਨਹੀਂ ਰਿਹਾ, ਪਰ ਫਿਰ ਵੀ ਜਿਹੜੇ ਸੈਯਦ ਮੁਗਲ ਪਠਾਨ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਹਨ। ਇਸ ਸ਼ਹਿਰ ਦੇ ਵਿੱਚ ਉਹ ਵੀ ਵਸ ਰਹੇ ਆ। ਕਿਸੇ ਦਾ ਜਵਾਈ ਵਸ ਰਿਹਾ ਹੈ, ਕਿਸੇ ਦਾ ਜਵਾਈ ਜਿਹੜਾ ਸੀ ਉਹ ਜੰਗ ਵਿੱਚ ਮਾਰਿਆ ਗਿਆ, ਉਹਦੇ ਹੋਰ ਸੰਬੰਧੀ ਇੱਥੇ ਵਸ ਰਹੇ ਹਨ। ਇਸ ਤੋਂ ਬਾਅਦ ਕਿ ਜਿਹੜੇ ਹਨ ਉਹ ਸੰਬੰਧੀ ਬਹੁਤੇ ਇੱਥੇ ਦਿੱਲੀ ਵਿੱਚ ਵਸ ਰਹੇ ਆ, ਜਿਨ੍ਹਾਂ ਦੇ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਵਿੱਚ ਮਾਰੇ। ਕਈਆਂ ਨੂੰ ਆਨੰਦਪੁਰ ਸਾਹਿਬ ਮਾਰਿਆ, ਕਈਆਂ ਨੂੰ ਚਮਕੌਰ ਦੀ ਜੰਗ ਵਿੱਚ ਮਾਰਿਆ। ਇਸ ਕਰਕੇ ਜਿਨ੍ਹਾਂ ਦੇ ਇਹ ਰਿਸ਼ਤੇਦਾਰ ਸੰਬੰਧੀ ਸਤਿਗੁਰੂ ਜੀ ਨੇ ਮੈਦਾਨੇ ਜੰਗ ਵਿੱਚ ਮਾਰੇ। ਤੇ ਜਦੋਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਦਿੱਲੀ ਦੇ ਬਾਜ਼ਾਰਾਂ ਵਿੱਚ ਲੈ ਕੇ ਜਾਵਾਂਗੇ, ਦਿੱਲੀ ਸ਼ਹਿਰ ਵਿੱਚ ਲੈ ਕੇ ਜਾਵਾਂਗੇ, ਦਿੱਲੀ ਦੀਆਂ ਗਲੀਆਂ ਵਿੱਚ ਲੈ ਕੇ ਜਾਵਾਂਗੇ, ਉਹ ਲੋਕ ਮੁਗਲ ਪਠਾਨ ਸੈਯਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੇਖਣਗੇ ਤੇ ਉਹਨਾਂ ਦਾ ਹਿਰਦਾ ਤੇ ਗੁੱਸੇ ਨਾਲ ਭਰ ਜਾਵੇਗਾ ਕਿ ਆਹ ਸਾਹਮਣੇ ਉਹ ਆ ਰਹੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਸ ਨੇ ਸਾਡੇ ਭਰਾਵਾਂ ਨੂੰ ਮਾਰਿਆ, ਸਾਡੇ ਭਤੀਜਿਆਂ ਨੂੰ ਮਾਰਿਆ, ਸਾਡੇ ਜਵਾਈ ਨੂੰ ਮਾਰਿਆ। ਕਿਉਂਕਿ ਜੰਗ ਦੇ ਵਿੱਚ ਤਾਂ ਮਰਨਾ ਮਰਾਉਣਾ ਹੀ ਹੁੰਦਾ ਵਾ, ਤੇ ਜੰਗ ਕਰਨ ਵਾਸਤੇ ਇਹ ਚੜ੍ਹ ਕੇ ਗਏ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਨਹੀਂ ਸੀ ਚੜ੍ਹ ਕੇ ਆਏ। ਆਨੰਦਪੁਰ ਸਾਹਿਬ ਦੇ ਜਿੰਨੇ ਜੰਗ ਯੁੱਧ ਹੋਏ ਆ, ਤੁਰਕਾਂ ਦੀ ਫੌਜ ਤੇ ਪਹਾੜੀਆਂ ਦੀ ਫੌਜ ਹੀ ਚੜ੍ਹ ਕੇ ਜਾਂਦੀ ਰਹੀ। ਇਸੇ ਤਰ੍ਹਾਂ ਚਮਕੌਰ ਗੜ੍ਹੀ ਨੂੰ ਵੀ ਇਹਨਾਂ ਨੇ ਜਾ ਕੇ ਘੇਰਾ ਪਾਇਆ ਸੀ। ਤਾਂ ਹੁਣ ਉਹ ਦਿੱਲੀ ਦੇ ਸਿੱਖ ਜਿਹੜੇ ਆ ਉਹ ਸੋਚਦੇ ਆ ਵੀ ਜਿਸ ਵੇਲੇ ਉਹ ਲੋਕ ਵੇਖਣਗੇ ਸਤਿਗੁਰੂ ਜੀ ਨੂੰ ਤਾਂ ਉਹਨਾਂ ਦੇ ਹਿਰਦੇ ਵਿੱਚ ਕ੍ਰੋਧ ਭਰ ਜਾਵੇਗਾ। ਤੇ ਫਿਰ ਉਹ ਇਕੱਠੇ ਹੋਣਗੇ, ਤੇ ਇਕੱਠੇ ਹੋ ਕਰਕੇ ਸਤਿਗੁਰੂ ਜੀ ਉੱਤੇ ਹਮਲਾਵਰ ਹੋਣਗੇ, ਸ਼ਸਤਰਾਂ ਦਾ ਪ੍ਰਹਾਰ ਕਰਨਗੇ। ਔਰੰਗਜ਼ੇਬ ਬਾਦਸ਼ਾਹ ਭਾਵੇਂ ਮਰ ਗਿਆ ਹੈ, ਹੁਣ ਉਸ ਦਾ ਪੁੱਤਰ ਹੈ ਰਾਜ ਗੱਦੀ ਦੇ ਉੱਤੇ। ਭਾਵੇਂ ਬਾਦਸ਼ਾਹੀ ਪ੍ਰਾਪਤ ਹੋ ਗਈ ਔਰੰਗਜ਼ੇਬ ਦੇ ਪੁੱਤਰ ਨੂੰ, ਬਹਾਦਰ ਸ਼ਾਹ ਨੂੰ, ਪਰ ਉਹਦਾ ਪ੍ਰਤਾਪ ਜਿਹੜਾ ਹਾਲੇ ਕੋਈ ਵਧਿਆ ਨਹੀਂ ਹੈ, ਕੋਈ ਫੈਲਿਆ ਨਹੀਂ ਹੈ, ਚੰਗਾ ਨਹੀਂ ਹੈ। ਇਸ ਕਰਕੇ ਬਹਾਦਰ ਸ਼ਾਹ ਦਾ ਹਾਲੇ ਲੋਕ ਭੈ ਨਹੀਂ ਧਾਰਨ ਕਰਦੇ। ਇਸ ਕਰਕੇ ਜਾਂ ਇਹ ਮਰਨਗੇ ਤੇ ਜਾਂ ਮਾਰਨਗੇ। ਉਹ ਸਿੱਖ ਜਿਹੜੇ ਨਾ ਦਿੱਲੀ ਵਿੱਚ ਰਹਿਣ ਵਾਲੇ ਆਪਸ ਵਿੱਚ ਸਲਾਹਾਂ ਕਰਦੇ ਆ ਵੀ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਲੀ ਵਿਖਾਉਣ ਲੈ ਗਏ ਨਾ ਤੇ ਆਹ ਕੁਝ ਵਾਪਰ ਸਕਦਾ, ਜੰਗ ਛਿੜ ਸਕਦਾ, ਤੇ ਫਿਰ ਕੌਣ ਹਟਕਾਰ ਸਕਦਾ, ਕੌਣ ਰੋਕ ਸਕਦਾ ਜੰਗ ਨੂੰ ਛਿੜੇ ਹੋਏ ਨੂੰ। ਕਹਿੰਦੇ ਫਿਰ ਕੀ ਕੀਤਾ ਜਾਵੇ। ਇਕੱਠੇ ਬਹਿ ਕੇ ਸਲਾਹ ਕਰਦੇ, ਕਹਿੰਦੇ ਵੀ ਜੰਗ ਹੋ ਸਕਦਾ, ਲੜਾਈ ਹੋ ਸਕਦੀ ਹੈ, ਫਿਰ ਕੌਣ ਰੋਕ ਸਕਦਾ ਜੰਗ ਨੂੰ। ਕਹਿੰਦੇ ਹੁਣ ਮਹਾਰਾਜ ਨੇ ਤਾਂ ਵਚਨ ਕੀਤਾ ਵਾ ਵੀ ਦਿੱਲੀ ਵਿਖਾਓ ਭਾਈ, ਤੇ ਕੀ ਕਰੀਏ। ਕਹਿੰਦੇ ਬੇੜੀ ਤੇ ਚੜਾ ਲਈਏ ਗੁਰੂ ਸਾਹਿਬ ਜੀ, ਬੇੜੀ ਮੰਗਾ ਲਈਏ ਤੇ ਬੇੜੀ ਤੇ ਸਤਿਗੁਰੂ ਜੀ ਨੂੰ ਅਸਵਾਰ ਕਰ ਲਈਏ। ਤੇ ਜਮਨਾ ਦੇ ਵਿੱਚ ਦੀ ਬੇੜੀ ਲੈ ਜਾਈਏ, ਤੇ ਬੇੜੀ ਦੇ ਵਿੱਚ ਜਮਨਾ ਦੇ ਵਿੱਚ ਲਿਜਾ ਕੇ ਤੇ ਇਸੇ ਤਰ੍ਹਾਂ ਬੇੜੀ ਥਾਣੀ ਦਿੱਲੀ ਵਿਖਾ ਦਈਏ ਸਤਿਗੁਰੂ ਜੀ ਨੂੰ। ਕਿ ਦੂਰੋਂ ਹੀ ਆਖਦਾ ਕਿ ਮਹਾਰਾਜ ਉਹ ਜਿਹੜਾ ਲਾਲ ਕਿਲ੍ਹਾ ਸਾਹਮਣੇ, ਤੇ ਉਹ ਜਾਮਾ ਮਸਜਿਦ ਆ, ਤੇ ਉਹ ਬਾਜ਼ਾਰ ਵਾ, ਤੇ ਉਹ ਸਾਹਮਣੇ ਗਲੀਆਂ ਵਾ। ਇਸ ਤਰ੍ਹਾਂ ਕਰੀਏ, ਬੇੜੀ ਵਿੱਚ ਚੜਾਈਏ ਸਤਿਗੁਰੂ ਜੀ ਨੂੰ ਤੇ ਬੇੜੀ ਦੇ ਰਾਹੀਂ ਦਿੱਲੀ ਵਿਖਾਈਏ। ਕਿ ਜਦੋਂ ਆਪਾਂ ਜਮਨਾ ਦੇ ਵਿੱਚ ਲੈ ਕੇ ਜਾਵਾਂਗੇ ਨਾ ਬੇੜੀ ਵਿੱਚ ਸਤਿਗੁਰੂ ਜੀ ਨੂੰ ਬਿਠਾ ਕੇ,
ਤੇ ਫਿਰ ਜਿਹੜੇ ਨੇੜੇ ਨੇੜੇ ਦੇ ਸਾਰੇ ਮਕਾਨ ਵਾ ਦਿੱਲੀ ਦੇ ਉਹ ਵਿਖਾ ਦਿਆਂਗੇ। ਜਦੋਂ ਉਹ ਵੱਡੇ ਵੱਡੇ ਮਕਾਨ ਆਪਾਂ ਵੇਖਾਂਗੇ ਤੇ ਉੱਥੇ ਨਾਲ ਨਾਲ ਫਿਰ ਦੱਸੀ ਜਾਇਓ ਵੀ ਆਹ ਚੀਜ਼ ਹੈ, ਆਹ ਥਾਂ ਹੈ। ਇਸ ਤਰ੍ਹਾਂ ਇਹ ਦਿੱਲੀ ਵਾਲੇ ਸਿੱਖਾਂ ਨੇ ਸਾਰੀ ਸਲਾਹ ਜੀ ਕਰ ਲਈ ਆਪਸ ਦੇ ਵਿੱਚ। ਇਹ ਡਰੇ ਆ ਅਸਲ ਵਿੱਚ, ਜੇ ਨਾ ਅੰਦਰ ਡਰ ਹੁੰਦਾ ਤੇ ਮਹਾਰਾਜ ਨੂੰ ਲੈ ਜਾਂਦੇ ਦਿੱਲੀ ਦੇ ਵਿੱਚ ਬੇਨਤੀ ਕਰਕੇ, ਪਰ ਭੈ ਖਾਂਦੇ ਆ ਵੀ ਇਸ ਤਰ੍ਹਾਂ ਨਾ ਹੋ ਜਾਵੇ, ਡਰ ਜਿਹਾ ਅੰਦਰ ਬਣਿਆ ਹੋਇਆ। ਇਸ ਕਰਕੇ ਦਿੱਲੀ ਵਾਲਿਆਂ ਨੇ ਜੇ ਸਲਾਹ ਕਰਕੇ ਤੇ ਇੱਕ ਵੱਡੀ ਸਾਰੀ ਬੇੜੀ ਮੰਗਵਾ ਲਈ ਹੈ। ਇਸੇ ਤਰ੍ਹਾਂ ਹੋਰ ਵੀ ਬੇੜੀਆਂ ਨਾਲ ਮੰਗਵਾ ਲਈਆਂ। ਤਾਂ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਤੇ ਬੇੜੀ ਵਿੱਚ ਸਵਾਰ ਕਰ ਲਿਆ, ਬੇੜੀ ਵਿੱਚ ਚੜਾ ਲਿਆ। ਬਾਕੀ ਜਿਹੜੀਆਂ ਬੇੜੀਆਂ ਮੰਗਵਾਈਆਂ ਉਹਦੇ 'ਚ ਖਿਆਲ ਸੀ ਵੀ ਆਪਾਂ ਵੀ ਬੈਠ ਜਾਵਾਂਗੇ ਤੇ ਨਾਲ ਜਿਹੜੇ ਸਿੱਖ ਵਾ ਮਹਾਰਾਜ ਸਾਹਿਬ ਜੀ ਦੇ ਨਾਲ ਸਿੱਖ ਸੰਗਤਾਂ ਬਾਕੀ ਬੇੜੀਆਂ ਵਿੱਚ ਚੜ ਜਾਣਗੀਆਂ। ਇਸ ਤਰ੍ਹਾਂ ਫਿਰ ਸਤਿਗੁਰੂ ਜੀ ਬੇੜੀ ਵਿੱਚ ਸਵਾਰ ਹੋ ਗਏ ਆ। ਇੱਕ ਬੇੜੀ ਵਿੱਚ ਕਲਗੀਧਰ ਪਾਤਸ਼ਾਹ ਤੇ ਨਾਲ ਉਹ ਦਿੱਲੀ ਦੇ ਸਿੱਖ ਵੀ ਦੱਸਣ ਵਾਸਤੇ, ਤੇ ਬਾਕੀ ਬੇੜੀਆਂ ਵਿੱਚ ਵੀ ਗੁਰੂ ਕੇ ਸਿੰਘ ਚੜ ਗਏ ਤੇ ਹੌਲੀ ਹੌਲੀ ਜਿਹੜੀਆਂ ਬੇੜੀਆਂ ਫਿਰ ਤੋਰ ਦਿੱਤੀਆਂ। ਜਿਸ ਬੇੜੀ ਵਿੱਚ ਕਲਗੀਧਰ ਪਾਤਸ਼ਾਹ ਸਵਾਰ ਹੋਏ ਆ ਨਾ, ਜਦੋਂ ਦਿੱਲੀ ਸ਼ਹਿਰ ਦੇ ਨੇੜੇ ਤਰਦੀ ਹੋਈ ਬੇੜੀ ਆਈ ਤੇ ਫਿਰ ਇਹਨਾਂ ਨੇ ਦੂਰਬੀਨ ਦਿੱਤੀ ਹੈ ਮਹਾਰਾਜ ਸਾਹਿਬ ਜੀ ਦਿੱਲੀ ਦੇ ਸਿੱਖਾਂ ਨੂੰ। ਦੂਰਬੀਨਾਂ ਉਦੋਂ ਵੀ ਹੁੰਦੀਆਂ ਸੀ, ਜਿਵੇਂ ਆ ਬੰਦੂਕਾਂ ਤੋਪਾਂ ਸਭ ਕੁਝ ਉਦੋਂ ਵੀ ਹੁੰਦਾ ਸੀ। ਉਹਨਾਂ ਦਾ ਜ਼ਿਕਰ ਆਇਆ ਇਤਿਹਾਸ ਦੇ ਵਿੱਚ, ਪੁਰਾਣੇ ਸਿੰਘਾਂ ਦੇ ਸਮੇਂ ਦੀਆਂ ਵੀ ਰਫਲਾਂ, ਪਿਸਤੌਲ। ਅੱਜ ਕੱਲ੍ਹ ਵੀ ਆਪਾਂ ਇਤਿਹਾਸਕ ਸਥਾਨਾਂ ਤੇ ਦਰਸ਼ਨ ਕਰਦੇ ਹਾਂ, ਤਖਤ ਸ੍ਰੀ ਅਕਾਲ ਤਖਤ ਸਾਹਿਬ। ਇਸੇ ਤਰ੍ਹਾਂ ਬੰਦੂਕਾਂ ਦੇ ਵੀ ਮਹਾਰਾਜ ਸਾਹਿਬ ਜੀ ਦੇ ਅਸਥਾਨਾਂ ਤੇ ਦਰਸ਼ਨ ਹੁੰਦੇ ਆ। ਸ੍ਰੀ ਹਜ਼ੂਰ ਸਾਹਿਬ ਵੀ ਕਈਆਂ ਸ਼ਸਤਰਾਂ ਦੇ, ਤੇ ਦੂਰਬੀਨਾਂ ਵੀ ਹੁੰਦੀਆਂ ਸੀ ਉਦੋਂ, ਵੀ ਦੂਰ ਦੀ ਜਿਹੜੀ ਕੋਈ ਚੀਜ਼ ਵਾ ਉਹ ਨੇੜੇ ਦਿਸਣ ਲੱਗ ਪੈਣ। ਜਦੋਂ ਬੇੜੀ ਵਿੱਚ ਮਹਾਰਾਜ ਸਾਹਿਬ ਜੀ ਸਵਾਰ ਵਾ ਤੇ ਸ਼ਹਿਰ ਦੇ ਨੇੜੇ ਪਹੁੰਚੇ, ਉਸ ਵੇਲੇ ਇਹਨਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੂਰਬੀਨ ਦਿੱਤੀ ਹੈ। ਮਹਾਰਾਜਾ ਦੂਰਬੀਨ ਦੇ ਰਾਹੀਂ ਵੇਖੋ ਸਾਰਾ ਸ਼ਹਿਰ, ਤੇ ਨਾਲੇ ਸਤਿਗੁਰੂ ਜੀ ਵੇਖ ਰਹੇ ਤੇ ਨਾਲੇ ਦੱਸ ਰਹੇ ਆ ਕਿ ਮਹਾਰਾਜ ਆ ਜਿਹੜੀ ਕੱਲੀ ਕੱਲੀ ਜਿਹੜੀ ਥਾਂ ਹੈ, ਕੱਲੀ ਕੱਲੀ ਜਗ੍ਹਾ ਹੈ, ਉਹਦੇ ਬਾਰੇ ਜਾਣਕਾਰੀ ਦਿੰਦੇ ਹਨ। ਮਹਾਰਾਜਾ ਸਾਹਮਣੇ ਵੇਖੋ ਦੂਰਬੀਨ ਦੇ ਰਾਹੀਂ ਸਤਿਗੁਰੂ ਜੀ, ਸੋਭਾ ਵਾਲੇ ਸਤਿਗੁਰੂ ਜੀ, ਇਹ ਵੱਡਾ ਬਾਜ਼ਾਰ ਹੈ ਦਿੱਲੀ ਦਾ। ਮਹਾਰਾਜਾ ਸਾਹਮਣੇ ਲਾਲ ਕਿਲਾ ਹੈ, ਜਿਹੜਾ ਲਾਲ ਰੰਗ ਦਾ, ਲਾਲ ਪੱਥਰ ਦਾ ਬਣਿਆ ਹੋਇਆ। ਇਹ ਲਾਲ ਕਿਲਾ, ਇਹਦੇ ਲਾਗੇ ਲਾਗੇ ਵੇਖੋ ਹੱਟੀਆਂ ਦੀ ਮਾਲਾ ਹੀ ਬਣੀ ਹੋਈ ਹੈ। ਭਾਵ ਬਹੁਤੀਆਂ ਹੱਟੀਆਂ, ਬਹੁਤੀਆਂ ਦੁਕਾਨਾਂ ਹਨ। ਮਹਾਰਾਜਾ ਸਾਹਮਣੇ ਵੇਖੋ ਇਹ ਜਾਮਾ ਨਾਮ ਦੀ ਮਸਜਿਦ ਹੈ, ਇਹ ਜੁਮਾ ਮਸਜਿਦ ਹੈ। ਮਹਾਰਾਜ ਇਹ ਦਿੱਲੀ ਦੀ ਨਗਰੀ ਜਿਹੜੀ ਬੜੀ ਸੁੰਦਰ ਹੈ, ਇਹ ਤਾਂ ਦੇਵਪੁਰੀ ਦੇ ਤੁਲ ਹੈ, ਦੇਵਪੁਰੀ ਵਰਗੀ ਹੈ। ਮਹਾਰਾਜਾ ਜਿਹੜਾ ਕਿਲਾ ਵਾ ਨਾ, ਲਾਲ ਕਿਲਾ, ਇਹਨੂੰ ਸਾਰਾ ਲਾਲ ਰੰਗ ਦਾ ਪੱਥਰ ਲੱਗਾ ਹੋਇਆ ਹੈ। ਇਹ ਬਹੁਤਾ ਧਨ ਦੇ ਕਰਕੇ ਨਾ ਇਹ ਬਾਦਸ਼ਾਹ ਨੇ ਇਹ ਲਾਲ ਕਿਲਾ ਮਹਾਰਾਜ ਉਸਾਰੀ ਕਰਵਾਈ ਸੀ ਇਸ ਦੀ। ਇਸ ਲਾਲ ਕਿਲੇ ਦੇ ਵਿੱਚ ਸਾਰੇ ਹੀ ਬਾਦਸ਼ਾਹ ਜਿਹੜੇ ਹਨ ਇਹ ਵਾਸਾ ਕਰਦੇ ਰਹੇ ਸਮੇਂ ਸਮੇਂ ਦੇ ਨਾਲ। ਅਕਬਰ ਬਾਦਸ਼ਾਹ, ਜਹਾਂਗੀਰ ਬਾਦਸ਼ਾਹ, ਇਹ ਇਸੇ ਤਰ੍ਹਾਂ ਸ਼ਾਹਜਹਾਨ ਬਾਦਸ਼ਾਹ, ਫਿਰ ਔਰੰਗਜ਼ੇਬ, ਇਹ ਸਾਰੇ ਬਾਦਸ਼ਾਹ ਜਿਹੜੇ ਹਨ ਇਸ ਲਾਲ ਕਿਲੇ ਵਿੱਚ ਵਾਸਾ ਕਰਦੇ ਰਹੇ। ਇਸ ਲਾਲ ਕਿਲੇ ਦੇ ਵਿੱਚ ਮਹਾਰਾਜ ਬੜੇ ਅਲੌਕਿਕ ਤਰ੍ਹਾਂ ਦੇ ਚਿੱਤਰ ਬਣੇ ਹੋਏ ਆ, ਚਿੱਤਰਕਾਰੀ ਬੜੀ ਸੋਹਣੀ ਕੀਤੀ ਹੋਈ ਹੈ। ਮਹਾਰਾਜਾ ਦੂਰਬੀਨ ਦੇ ਰਾਹੀਂ ਵੇਖੋ ਸਾਰਾ ਕੁਝ, ਇਸ ਤਰ੍ਹਾਂ ਕਹਿ ਕਹਿ ਕੇ ਸਾਰਾ ਵਿਖਾਇਆ। ਮਲਾਲ ਨੂੰ ਆਖਿਆ ਕਿ ਹੌਲੀ ਹੌਲੀ ਬੇੜੀ ਤੋਰ,
सतगुरु जी सारा कुछ वेख लैन। इस तरह सतगुरु गरीब नवाज साहब जी ने फिर मोती बाग जिथे उत्थे जा करके उतारा किया है। जो सतगुरु जी मोती बाग वाले स्थान ते उतरे ना, दिल्ली दे होर भी बहुते लोग आए दर्शन करने वास्ते। दशमेश पातशाह जी दे दर्शन कर करके सारे अपने घरां नूं गए। फिर उत्थे महाराज साहब जी ने गरीब नवाज साहब जी ने विचर करके उतर के ते बागां नूं बूटियां नूं वेखिया है। फिर सतगुरु जी नूं बेड़ी ते असवार कर लिया है। जिथे महाराज जी ने जमुना दे कंढे ते ये मजनू दे टिल्ले वाले स्थान ते पड़ा कीता सी, उथे गुरु साहब जी नूं पहुंचा दिता बेड़ी दे राही। महाराज साहब जी पहला तो चुप रहे, सारा वेख आए। हुण जदों वापस आके उतर पे ना, ते फिर गरीब नवाज जदों आसन ते बैठ गए आ, ये हुण दिल्ली वाले जिन्हां नूं महाराज ने आख्या भी दिल्ली विखाओ, वो जदों हुण बैठ गए सारे आके महाराज दे कोले, ते फिर सतगुरु जी ने बचन कीता। महाराज कहंदे तुसीं ते साडे नाल प्रेम करना चाहया है। महाराज कहंदे असीं वेखिया भी ये दिल्ली दे विच जिहड़ा सिੱਖੀ दा मग कहिए रस्ता है। सतगुरु कहन लगे भी जिवें मुलम्मा हुंदा है, जिवें सोने दा मुलम्मा हुंदा है, भी उत्तों जिवें सोने दा गहना लगे ते विच उहदे मुलम्मा होवे। नकली गहने बन जाते ना, नकली सोना उत्तों निरा ही सोना लगता वा, सोने नालों भी ज़्यादा चमकदा, पर विच मुलम्मा हुंदा है। सतगुरु कहन लगे भी आ दिल्ली दे विच असीं सिੱਖੀ दा मार्ग इस तरह का वेखिया भी सिखो तुहानूं इस तरह का वेखिया वा भी तुसीं मुलम्मे वर्गे जे, भी उत्तों सोना लिशकदा ते विचों नकली, विचों मुलम्मा। भी असीं आख्या ही दिल्ली विखाओ तो तुसीं सानूं बेड़ी च चढ़ा के बाहरों बाहरों दूर पीर राही विखा दित्ती भी दिल्ली च लैके ही नहीं गए तुसीं। वो भी डरदे सी भी मुगल वा, पठान वा, होर वा, सरकार तो डरदे सी। ते सतगुरु कहंदे भी दिल्ली विच असीं इस तरह का सिੱਖੀ दा मार्ग वेखिया वा भी ये जिवें सोना वो विच मुलम्मा होवे ते बाहर सोना, सो इस तरह सोले की झाल जी जिवें नकली सोना, भाव है नकली पर प्रतीत होवे भी ये सोना वा। इस तरह का सिੱਖੀ दा मार्ग वेखिया है। भावे आपे तुसीं असली सिख नहीं, तुसीं उत्तों उत्तों सिੱਖੀ दा प्रेम भी धारण किया होया, पर अंदरों तुसीं सरकार तो भी डरदे हो। इस तरह की हालत है। ऐसा बचन महाराज ने किया भी अंदरों तुसीं असलीयत विच तुहाडा प्रेम जिहड़ा गूढ़ा प्रेम नहीं है। 100 दिन बित्यो प्रात पुन पई, वो दिन बीत गया ते जदों फिर अगला सवेरा होया, इस तरह होर भी संगतां इकट्ठियां हो करके महाराज साहब जी दे दर्शन करन वास्ते गईयां। जदों सतगुरु जी नूं नमस्कारां करके ते सिख संगतां माई भाई गुरु साहब जी दे पास बैठे ते सुभाईमान मुख तो फिर महाराज ने बचन किया। ये साध संगत जी जिहड़ा महाराज ने बचन किया ना पिछे, ये सोने दे मुलम्मे वाला, ये हुण सारियां सिखां वास्ते नहीं महाराज साहब ने किया कि सारे, कुछ भावना वाले भी उत्थे आए। जिवें महाराज साहब जी ने अमृतसर साहब नामे पातशाह ने बचन किया सी, जिस वेले श्री दरबार साहब विच नहीं सी जाण दिता, उत्थों दे जो सेवादार सी उन्हां ने दरवाजियां नूं जिंदरे लाते सी, ते महाराज ने जिथे थड़ा साहब स्थान बनिया तो उत्थे बैठ के कह दिता सी, नहीं मसंद यह अमृत सरिए कृष्णा अगन ते अंदर सड़िए। हुण कई तो सीधा ही कह देंदे अमृत सरिए अंदर सरिए, ये गल तो है नहीं। महाराज ने मसंदा नूं आख्या सी
ਨਹੀਂ ਮਸੰਦ ਇਹ ਅੰਮ੍ਰਿਤ ਸਰੀਏ। ਜਿਹੜੇ ਦਰਬਾਰ ਸਾਹਿਬ ਸੇਵਾ ਨਿਭਾਉਂਦੇ ਸੀ, ਜਿਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ ਸੀ, ਉਹਨਾਂ ਵਾਸਤੇ ਬਚਨ ਸੀ। ਇਸੇ ਤਰ੍ਹਾਂ ਹੀ ਹੁਣ ਜਿਨ੍ਹਾਂ ਨੇ ਇਹ ਮਹਾਰਾਜ ਸਾਹਿਬ ਜੀ ਨੂੰ ਬੇੜੀ ਵਿੱਚ ਬਿਠਾ ਕਰਕੇ ਬਾਹਰੋਂ ਹੀ ਦਿੱਲੀ ਵਿਖਾਈ, ਇਹ ਬਚਨ ਉਹਨਾਂ ਵਾਸਤੇ ਹੋਇਆ। ਇਹ ਨਹੀਂ ਵੀ ਸਾਰੀ ਸੰਗਤ ਵਾਸਤੇ ਹੀ ਹੋ ਗਿਆ ਬਚਨ, ਸਾਰੇ ਸਿੱਖਾਂ ਵਾਸਤੇ ਹੋ ਗਿਆ। ਮਹਾਰਾਜ ਦੇ ਭਾਵਨਾ ਵਾਲੇ ਵੀ ਵੱਡੇ ਤੋਂ ਵੱਡੇ ਸਿੱਖ ਪਏ। ਹੁਣ ਦਿੱਲੀ ਦੇ ਵਿੱਚ ਉਹ ਵੀ ਸਿੱਖ ਹੋਏ ਆ ਜਿਨ੍ਹਾਂ ਨੇ ਨਾਵੇਂ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਵਿੱਚ ਕੀਤਾ, ਲੱਖੀ ਸ਼ਾਹ ਵਣਜਾਰੇ ਵਰਗੇ। ਹੁਣ ਭਾਈ ਜੈਤਾ ਜੀ ਵੀ ਦਿੱਲੀ ਦੇ ਵਿੱਚੋਂ ਮਹਾਰਾਜ ਦਾ ਸੀਸ ਲੈ ਕੇ ਆਏ ਸੀ ਨਾਵੇਂ ਪਾਤਸ਼ਾਹ ਜੀ। ਹੋਰ ਵੀ ਅਨੇਕਾਂ ਸਿੱਖ ਭਾਵਨਾ ਵਾਲੇ ਹੋਏ ਆ। ਇਹ ਤਾਂ ਰਲਵੀਂ ਮਲਵੀਂ ਖੇਡ ਚੱਲਦੀ ਹੈ। ਪ੍ਰੇਮੀ ਵੀ ਹੁੰਦੇ ਆ ਤੇ ਕੁਝ ਇਸ ਤਰ੍ਹਾਂ ਦੇ ਵੀ ਹੁੰਦੇ ਆ। ਤਾਂ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਅਗਲੇ ਦਿਨ ਜਦੋਂ ਸੰਗਤ ਫੇਰ ਆਈ ਦਰਸ਼ਨ ਕਰਨ ਵਾਸਤੇ, ਸੁਭਾਏਮਾਨ ਮੁਖ ਤੋਂ ਮਹਾਰਾਜ ਨੇ ਫਿਰ ਬਚਨ ਕਹੇ। ਸਤਿਗੁਰੂ ਕਹਿਣ ਲੱਗੇ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿ ਗੁਰਸਿੱਖੋ, ਜਿਸ ਥਾਂ ਦੇ ਉੱਤੇ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਧੜ ਦਾ ਸੰਸਕਾਰ ਕੀਤਾ ਹੈ ਤੇ ਉਸ ਥਾਂ ਦਾ ਨਿਰਣਾ ਕਰੋ। ਉਹ ਥਾਂ ਵੇਖੋ ਵੀ ਕਿਹੜੇ ਥਾਂ ਦੇ ਉੱਤੇ ਨੌਵੇਂ ਪਾਤਸ਼ਾਹੀ ਦੇ ਧੜ ਦਾ ਸੰਸਕਾਰ ਕੀਤਾ ਸੀ। ਮਹਾਰਾਜ ਕਹਿੰਦੇ, ਅੱਗੇ ਤਾਂ ਤੁਸੀਂ ਔਰੰਗਜ਼ੇਬ ਤੋਂ ਡਰਦੇ ਸੀ ਸਾਰੇ, ਕਿ ਔਰੰਗਜ਼ੇਬ ਬਾਦਸ਼ਾਹ ਹੈ, ਉਹਦਾ ਡਰ ਸੀ ਸਾਰਿਆਂ ਨੂੰ ਤੁਹਾਨੂੰ। ਹੁਣ ਔਰੰਗਜ਼ੇਬ ਤਾਂ ਰਿਹਾ ਨਹੀਂਗਾ, ਜਫਰਨਾਮਾ ਭੇਜ ਦਿੱਤਾ ਉਹਨੂੰ, ਪੜ੍ਹ ਕੇ ਔਰੰਗਜ਼ੇਬ ਮਰ ਗਿਆ ਹੈ, ਆਪਣੀ ਕੀਤੀ ਦਾ ਫਲ ਭੋਗਦਾ ਹੋਇਆ। ਤੇ ਹੁਣ ਤੁਹਾਨੂੰ ਡਰ ਕੋਈ ਨਹੀਂ ਔਰੰਗਜ਼ੇਬ ਦਾ। ਇਸ ਕਰਕੇ ਹੁਣ ਨਾਵੇਂ ਪਾਤਸ਼ਾਹ ਪਿਤਾ ਜੀ ਦੇ ਸੰਸਕਾਰ ਵਾਲਾ ਸਥਾਨ ਨਿਰਣਾ ਕਰਕੇ ਤੇ ਉਸ ਸਥਾਨ ਦੇ ਉੱਤੇ ਸੋਹਣਾ ਦਰਬਾਰ ਬਣਾਓ। ਉੱਥੇ ਮਹਾਰਾਜ ਸਾਹਿਬ ਜੀ ਦਾ ਦਰਬਾਰ ਬਣਾਉਣਾ ਕਰੋ। ਫਿਰ ਜਿਹੜੇ ਸਿਆਣੇ ਸਿੱਖ ਸੀ ਨਾ ਦਿੱਲੀ ਦੇ, ਉਹ ਮਹਾਰਾਜ ਦਾ ਬਚਨ ਸੁਣ ਕਰਕੇ ਗਏ। ਜਿਹੜੇ ਸਿੱਖ ਜਾਣਦੇ ਸੀ ਵੀ ਇਸ ਥਾਂ ਦੇ ਉੱਤੇ ਨਾਵੇਂ ਪਾਤਸ਼ਾਹ ਜੀ ਦੇ ਪਾਵਨ ਧੜ ਦਾ ਭਾਈ ਲੱਖੀ ਸ਼ਾਹ ਵਣਜਾਰੇ ਨੇ ਸੰਸਕਾਰ ਕੀਤਾ ਆਪਣੇ ਘਰ ਵਾਲੀ ਥਾਂ ਤੇ, ਜਿਹੜੇ ਬਜ਼ੁਰਗ ਜਾਣਦੇ ਸੀ, ਸਿਆਣੇ ਸਿੱਖ ਜਾਣਦੇ ਸੀ, ਉਸ ਥਾਂ ਤੇ ਗਏ ਤੇ ਉੱਥੇ ਉਹ ਨਿਰਣਾ ਕੀਤਾ ਵਾ ਤੇ ਨਿਰਣਾ ਕਰਕੇ ਤੇ ਉਹ ਥਾਂ ਲੈ ਲਿਆ ਹੈ। ਫਿਰ ਉੱਥੇ ਸੋਹਣਾ ਦਰਬਾਰ ਸਾਹਿਬ ਬਣਾਇਆ ਸਿੱਖਾਂ ਨੇ, ਮੰਦਰ ਬਣਾਇਆ, ਭਾਵ ਦਰਬਾਰ ਬਣਾਇਆ ਨਾਵੇਂ ਪਾਤਸ਼ਾਹੀ ਦਾ, ਜਿੱਥੇ ਮਹਾਰਾਜ ਦੇ ਪਾਵਨ ਧੜ ਦਾ ਸੰਸਕਾਰ ਹੋਇਆ ਸੀ। ਭਾਈ ਲੱਖੀ ਸ਼ਾਹ ਵਣਜਾਰੇ ਨੇ ਜਿਸ ਥਾਂ ਤੇ ਮਹਾਰਾਜ ਜੀ ਦਾ ਆਪਣੇ ਘਰ ਵਿੱਚ ਸੰਸਕਾਰ ਕੀਤਾ ਸੀ ਨਾ, ਫਿਰ ਸਾਰੀ ਵਿਭੂਤੀ, ਸਾਰਾ ਅੰਗੀਠਾ ਉਹ ਸੰਭਾਲ ਕੇ ਗਾਗਰਾਂ ਦੇ ਵਿੱਚ ਪਾ ਕੇ ਤੇ ਉੱਥੇ ਹੀ ਥੱਲੇ ਡੂੰਘਾ ਟੋਆ ਪੁੱਟ ਕੇ ਰਾਤ ਨੂੰ ਨੱਪ ਦਿੱਤਾ ਸੀ। ਮਹਾਰਾਜ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਨ ਤੋਂ ਬਾਅਦ ਰਾਤ ਮੌਕੇ ਤੇ ਹੀ ਅੰਗੀਠਾ ਠੰਡਾ ਹੋਣ ਤੋਂ ਬਾਅਦ ਉਹ ਸਾਰੇ ਅੰਗੀਠਾ ਗਾਗਰਾਂ ਦੇ ਵਿੱਚ ਪਾ ਕੇ ਡੂੰਘਾ ਟੋਆ ਪੁੱਟ ਕੇ ਉੱਥੇ ਨੱਪ ਦਿੱਤਾ ਸੀ। ਉੱਥੇ ਨਿਸ਼ਾਨੀ ਰੱਖ ਲਈ ਸੀ ਵੀ ਇਸ ਥਾਂ ਦੇ ਉੱਤੇ ਮਹਾਰਾਜ ਦਾ ਇਹ ਅੰਗੀਠਾ ਸਮੇਟਿਆ ਗਿਆ, ਸੰਸਕਾਰ ਕੀਤਾ। ਹੁਣ ਬਹੁਤਿਆਂ ਨੂੰ, ਫਿਰ ਬਜ਼ੁਰਗਾਂ ਨੂੰ, ਸਿੱਖਾਂ ਨੂੰ ਪਤਾ ਸੀ, ਦਸਵੇਂ ਪਾਤਸ਼ਾਹ ਦੇ ਕਹਿਣ ਤੋਂ ਥਾਂ ਜਿਹੜਾ ਵਾ ਉੱਥੇ ਫਿਰ ਸੋਹਣਾ ਮਹਾਰਾਜ ਦਾ ਦਰਬਾਰ ਬਣਾਇਆ ਗਿਆ, ਜਿੱਥੇ ਅੱਜ ਕੱਲ੍ਹ ਦਰਬਾਰ ਸਾਹਿਬ ਹੈ ਦਿੱਲੀ ਵਿੱਚ, ਸ੍ਰੀ ਰਕਾਬਗੰਜ ਸਾਹਿਬ। ਇਹ ਸ੍ਰੀ ਰਕਾਬਗੰਜ ਸਾਹਿਬ ਉਹੀ ਥਾਂ ਹੈ ਲੱਖੀ ਸ਼ਾਹ ਵਣਜਾਰੇ ਦੇ ਘਰ ਵਾਲਾ ਥਾਂ। ਇਹ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ, ਭਾਈ ਲੱਖੀ ਸ਼ਾਹ ਜੀ ਵਣਜਾਰਾ, ਸ਼ਹੀਦ ਭਾਈ ਮਣੀ ਸਿੰਘ ਜੀ ਦੇ ਸਹੁਰਾ ਸਾਹਿਬ। ਤਾਂ ਉਹ ਥਾਂ ਦੇ ਉੱਤੇ ਫਿਰ ਸੋਹਰਾ ਦਰਬਾਰ ਸਾਹਿਬ ਬਣਿਆ। ਅੱਜ ਵੀ ਆਪਾਂ ਦਰਸ਼ਨ ਕਰਦੇ ਹਾਂ। ਜਿੱਥੇ ਮਹਾਰਾਜ ਦਾ ਸੀਸ ਧੜ ਨਾਲੋਂ ਵੱਖਰਾ ਹੋਇਆ ਸੀ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੈ, ਤੇ ਜਿੱਥੇ ਪਾਵਨ ਧੜ ਦਾ ਸੰਸਕਾਰ ਹੋਇਆ ਸੀ ਉਹ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹ ਦਿੱਲੀ ਦੇ ਸਿੱਖਾਂ ਨੂੰ ਬਹੁਤਾ ਧੰਨ ਦਿੱਤਾ ਸੀ ਨਾਵੇਂ ਪਾਤਸ਼ਾਹ ਜੀ ਦੇ ਇਸ ਦਰਬਾਰ ਦੀ ਸੇਵਾ ਕਰਾਉਣ ਵਾਸਤੇ। ਮਹਾਰਾਜ ਨੇ ਆਖਿਆ ਮਾਇਆ ਲੈ ਜਾਓ ਤੇ ਪਿਤਾ ਜੀ ਦੇ ਸੰਸਕਾਰ ਵਾਲੇ ਥਾਂ ਦੇ ਉੱਤੇ ਸੋਹਣਾ ਦਰਬਾਰ ਬਣਾਓ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕਰਕੇ ਤੇ ਸੋਹਣਾ ਵੱਡਾ ਦਰਬਾਰ ਬਣਾਇਆ ਗਿਆ।
ਤੇ ਸਭ ਦਿੱਲੀ ਦੇ ਸੰਗਤਾਂ ਮਾਈ ਭਾਈ ਸ੍ਰੀ ਰਕਾਬਗੰਜ ਸਾਹਿਬ ਨੂੰ ਪੂਜਣ ਲੱਗੀਆਂ, ਨਮਸਕਾਰਾਂ ਕਰਨ ਲੱਗੀਆਂ। ਤੇ ਸਤਿਗੁਰੂ ਨਾਵੇਂ ਪਾਤਸ਼ਾਹ ਸੰਗਤਾਂ ਦੀਆਂ ਸਾਰੀਆਂ ਭਾਵਨਾ ਪੂਰੀਆਂ ਕਰਦੇ। ਮਹਾਰਾਜ ਸਾਹਿਬ ਜੀ ਦਾ ਉਹ ਪਵਿੱਤਰ ਅਸਥਾਨ ਜਿੱਥੇ ਸਤਿਗੁਰੂ ਜੀ ਦੇ ਪਾਵਨ ਧੜ ਦਾ ਸੰਸਕਾਰ ਹੋਇਆ ਹੈ, ਉਹ ਕਿੰਨਾ ਪਾਵਨ ਅਸਥਾਨ ਹੈ। ਸੰਗਤਾਂ ਭਾਵਨਾ ਨਾਲ ਉੱਥੇ ਨਮਸਕਾਰਾਂ ਕਰਦੀਆਂ ਤੇ ਗਰੀਬ ਨਵਾਜ ਸਾਹਿਬ ਜੀ ਸਭ ਦੀਆਂ ਭਾਵਨਾ ਪੂਰੀਆਂ ਕਰਦੇ। ਇਸ ਤੋਂ ਬਾਅਦ ਇੱਕ ਹੋਰ ਵੀ ਕਾਰਜ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਇੱਥੋਂ ਸਿੱਖ ਸੰਗਤਾਂ ਤੋਂ ਕਰਵਾਏ ਦਿੱਲੀ ਵਿੱਚ। ਹੁਣ ਮਹਾਰਾਜ ਸਾਹਿਬ ਜੀ ਅੱਗੇ ਚੱਲਣਾ ਚਾਹੁੰਦੇ ਹਨ। ਜਦੋਂ ਗਰੀਬ ਨਵਾਜ ਨੇ ਦੱਸਿਆ ਨਾ ਵੀ ਹੁਣ ਅਸੀਂ ਆਗਰੇ ਨੂੰ ਜਾਣਾ, ਬਹਾਦਰ ਸ਼ਾਹ ਨੂੰ ਜੋ ਮਿਲਣਾ, ਤੇ ਦਿੱਲੀ ਦੀ ਸਿੱਖ ਸੰਗਤ ਸਾਰੀ ਨੂੰ ਜਦੋਂ ਪਤਾ ਲੱਗਾ ਤੇ ਸਾਰੀ ਸੰਗਤ ਚੱਲ ਕੇ ਆ ਗਈ। ਪਰਮੇਸ਼ਰ ਸਰੂਪ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਕਮਲਾਂ ਪਾਸ ਗੁਰੂ ਜੀ ਦੇ ਸਨਮੁਖ ਬੇਨਤੀ ਕੀਤੀ ਸੰਗਤ ਨੇ, ਮਹਾਰਾਜ ਕਿਰਪਾ ਕਰੋ ਜਿਨ੍ਹਾਂ ਦਾ ਆਪ ਜੀ ਦੇ ਬਰਾਬਰ ਦਰਸ਼ਨ ਹੋਵੇ। ਮਹਾਰਾਜ ਦਿੱਲੀ ਦੇ ਵਿੱਚ ਰਹਿਣ ਅਸੀਂ ਚਾਹੁੰਦੇ ਹਾਂ, ਤੁਸੀਂ ਤੇ ਅੱਗੇ ਜਾਣਾ ਹੈ। ਮਹਾਰਾਜ ਨੇ ਆਖਿਆ ਸੀ ਤੇ ਭਾਈ ਅੱਗੇ ਦੱਖਣ ਨੂੰ ਜਾਣਾ, ਕਈ ਕਾਰਜ ਕਰਨੇ। ਤੇ ਦਿੱਲੀ ਦੀ ਸੰਗਤ ਨੇ ਆਖਿਆ ਮਹਾਰਾਜ ਜਿਨ੍ਹਾਂ ਦਾ ਦਰਸ਼ਨ ਆਪ ਜੀ ਦੇ ਬਰਾਬਰ ਹੋਵੇ, ਜਿਨ੍ਹਾਂ ਦਾ ਦਰਸ਼ਨ ਕਰੀਏ ਤੇ ਆਪ ਜੀ ਦੇ ਦਰਸ਼ਨ ਦਾ ਫਲ ਮਿਲੇ, ਉਹਨਾਂ ਨੂੰ ਮਹਾਰਾਜ ਇੱਥੇ ਛੱਡ ਕੇ ਜਾਓ। ਸਾਡੀ ਇਹ ਭਾਵਨਾ ਹੈ ਦਿੱਲੀ ਦੇ ਵਿੱਚ ਰਹਿਣ। ਮਹਾਰਾਜ ਇਸ ਦਿੱਲੀ ਸ਼ਹਿਰ ਦੇ ਬਰਾਬਰ ਦੂਸਰਾ ਕੋਈ ਸ਼ਹਿਰ ਨਹੀਂ ਹੈ। ਮਹਾਰਾਜ ਇਸ ਦਿੱਲੀ ਸ਼ਹਿਰ ਦੇ ਵਿੱਚ ਟਿਕ ਕੇ ਸਿੱਖੀ ਫੈਲੇਗੀ। ਪੜੀ ਚੱਲ ਹਾਂਜੀ। ਮਹਾਰਾਜ ਕਿਰਪਾ ਕਰੋ ਕਿਸੇ ਨੂੰ ਆਪਣੇ ਦਰਸ਼ਨਾਂ ਦੇ ਬਰਾਬਰ ਜਿਨ੍ਹਾਂ ਦੇ ਦਰਸ਼ਨਾਂ ਦਾ ਫਲ ਹੋਵੇ ਸਾਨੂੰ ਇੱਥੇ ਮਹਾਰਾਜ ਅਸੀਂ ਉਹਨਾਂ ਦੀ ਪੂਜਾ ਸੇਵਾ ਕਰੀਏ, ਇੱਥੇ ਟਿਕਾਉਣਾ ਕਰੋ। ਇਸ ਤਰ੍ਹਾਂ ਸੰਗਤ ਦੀ ਇਹ ਬੇਨਤੀ ਸੁਣ ਕਰਕੇ ਮਹਾਰਾਜ ਸਾਹਿਬ ਜੀ ਉਸ ਵੇਲੇ ਵਿਚਾਰ ਕਰਦੇ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਮਹਿਲ, ਗੁਰੂ ਜੀ ਦੀਆਂ ਦੋਵੇਂ ਧਰਮ ਪਤਨੀਆਂ ਮਹਾਰਾਜ ਜੀ ਦੇ ਨਾਲ, ਧੰਨ ਮਾਤਾ ਸੁੰਦਰ ਕੌਰ ਜੀ, ਧੰਨ ਮਾਤਾ ਸਾਹਿਬ ਦੇਵ ਕੌਰ ਜੀ। ਤਾਂ ਗਰੀਬ ਨਵਾਜ ਸਾਹਿਬ ਜੀ ਵਿਚਾਰ ਕਰਦੇ ਹਨ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ ਆਪਣੀ ਮਹਿਲਾ ਨੂੰ, ਆਪਣੇ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਨੂੰ, ਕਿ ਤੁਹਾਨੂੰ ਇੱਥੇ ਰਹਿਣ ਦੇ ਵਿੱਚ ਸੁੱਖ ਹੋਵੇਗਾ। ਤੇ ਅਸੀਂ ਤੇ ਦੱਖਣ ਨੂੰ ਜਾਣਾ ਹੈ ਤੇ ਦੱਖਣ ਇੱਥੋਂ ਬਹੁਤ ਦੂਰ ਹੈ, ਤੇ ਤੁਸੀਂ ਵੀ ਨਾਲ ਚੱਲੋਗੇ ਨਹੀਂ ਤਾਂ ਪ੍ਰਤੀ ਵੱਡਾ ਸਫ਼ਰ ਕਰਨਾ ਪੈਣਾ। ਇਸ ਕਰਕੇ ਕਸ਼ਟ ਰਸਤੇ ਦਾ ਬਹੁਤ ਹੈ ਤੇ ਤੁਸੀਂ ਇੱਥੇ ਦਿੱਲੀ ਦੇ ਵਿੱਚ ਹੀ ਰਹਿਣਾ ਕਰੋ। ਨਾਲੇ ਦਿੱਲੀ ਦੀ ਸੰਗਤ ਬੇਨਤੀ ਕਰਦੀ ਹੈ ਇੱਥੇ ਸੰਗਤ ਦੇ ਵਿੱਚ ਸੁਖ ਪੂਰਬ ਰਹਿਣਾ ਕਰੋ, ਸਿੱਖ ਸੰਗਤਾਂ ਨੂੰ ਦਰਸ਼ਨ ਦਿਓ, ਇਹਨਾਂ ਦੀਆਂ ਭਾਵਨਾ ਪੂਰੀਆਂ ਕਰੋ। ਇਸ ਤਰ੍ਹਾਂ ਦਿਨ ਪ੍ਰਤੀ ਦਿਨ ਜਿਹੜਾ ਕੂਚ ਕਰਨਾ ਹੈ ਨਾ, ਜਾਣਾ ਹੈ, ਇਹਦੇ ਵਿੱਚ ਬਹੁਤ ਦੁੱਖ ਹੈ, ਬਹੁਤ ਸਰੀਰ ਨੂੰ ਕਸ਼ਟ ਹੁੰਦਾ ਹੈ ਕਿ ਹਰ ਰੋਜ਼ ਬਹੁਤ ਜ਼ਿਆਦਾ ਸਫ਼ਰ ਕਰਨਾ ਹੈ। ਤੇ ਇੱਥੇ ਰਹਿਣਾ ਜਿਹੜਾ ਹੈ ਉਹ ਸੁੱਖ ਦੇ ਨਾਲ ਸਮਾਂ ਬਤੀਤ ਹੋਵੇਗਾ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਤੇ ਮਹਾਰਾਜ ਜੀ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਜੀ, ਮਾਤਾ ਸੁੰਦਰ ਕੌਰ ਜੀ ਦੇ ਨੇਤਰਾਂ ਵਿੱਚ ਜਲ ਭਰ ਆਇਆ, ਬਹੁਤ ਵੈਰਾਗ ਦੇ ਸਹਿਤ ਹੋ ਗਏ ਤੇ ਆਪਣੇ ਸਾਹਿਬਜ਼ਾਦੇ ਨੂੰ ਯਾਦ ਕਰਦੇ ਆ ਮਾਤਾ ਜੀ। ਬਾਬਾ ਅਜੀਤ ਸਿੰਘ ਸਾਹਿਬ ਜੀ ਮਾਤਾ ਸੁੰਦਰ ਕੌਰ ਜੀ ਦੇ ਸਾਹਿਬਜ਼ਾਦੇ ਸਨ, ਇੱਕੋ ਹੀ। ਬਾਕੀ ਤਿੰਨੇ ਸਾਹਿਬਜ਼ਾਦੇ ਮਾਤਾ ਅਜੀਤ ਕੌਰ ਜੀ ਦੇ ਸਨ, ਜਿਸ ਮਾਤਾ ਅਜੀਤ ਕੌਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਸੱਚਖੰਡ ਪਿਆਨਾ ਕੀਤਾ। ਤੇ ਮਾਤਾ ਅਜੀਤ ਕੌਰ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਸਿੱਖ ਸੰਗਤਾਂ ਦੇ ਸਮੇਤ ਕੀਤਾ ਸ੍ਰੀ ਅਨੰਦਪੁਰ ਸਾਹਿਬ।
ਤਾਂ ਤਿੰਨੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਅਜੀਤ ਕੌਰ ਜੀ ਦੇ ਸਾਹਿਬਜ਼ਾਦੇ, ਤੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਮਾਤਾ ਸੁੰਦਰ ਕੌਰ ਜੀ ਦੇ ਸਾਹਿਬਜ਼ਾਦੇ, ਤੇ ਮਾਤਾ ਸਾਹਿਬ ਕੌਰ ਜੀ ਦੇ ਅਸੀਂ ਸਾਰੇ ਹੀ। ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਵੀ ਜਿੰਨਾ ਖਾਲਸਾ ਹੈ ਇਹ ਸਾਹਿਬ ਕੌਰ ਤੇਰੀ ਝੋਲੀ ਵਿੱਚ ਪਾਇਆ। ਮਾਤਾ ਸਾਹਿਬ ਕੌਰ ਜੀ ਦਾ ਸਾਰਾ ਹੀ ਖਾਲਸਾ ਪੁੱਤਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ। ਉਂਝ ਤਾਂ ਮਾਤਾ ਸੁੰਦਰ ਕੌਰ ਜੀ, ਮਾਤਾ ਅਜੀਤ ਕੌਰ ਜੀ ਵੀ ਸਾਡੇ ਹੀ ਮਾਤਾ, ਪਰ ਖਾਲਸੇ ਨੂੰ ਮਾਤਾ ਸਾਹਿਬ ਕੌਰ ਜੀ ਦੀ ਗੋਦੀ ਵਿੱਚ ਪਾਇਆ। ਤਾਂ ਉਸ ਵੇਲੇ ਆਪਣੇ ਸਾਹਿਬਜ਼ਾਦੇ ਨੂੰ ਯਾਦ ਕਰਦਿਆਂ ਹੋਇਆਂ ਮਾਤਾ ਸੁੰਦਰ ਕੌਰ ਜੀ ਬਹੁਤ ਵੈਰਾਗ ਦੇ ਸਹਿਤ ਹੋਏ। ਕਿੰਨੀ ਵਾਰੀ ਕਹਿੰਦੇ ਨੇਤਰਾ ਵਿੱਚ ਜਲ ਭਰ ਆਇਆ ਹੈ, ਨੇਤਰਾ ਚੋਂ ਜਲ ਵਗਿਆ ਹੈ। ਫਿਰ ਸੋਭਾ ਵਾਲੇ ਪਤੀ ਦੇਵ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਬੇਨਤੀ ਸਾਂਝੀ ਕੀਤੀ। ਇਹ ਸਤਿਗੁਰੂ ਪਤੀ ਦੇਵ ਜੀਓ, ਤੁਸੀਂ ਸਭ ਤਰ੍ਹਾਂ ਕਰਕੇ ਸਮਰੱਥ ਹੋ ਤੇ ਗੁਣਾਂ ਦੇ ਖਜ਼ਾਨੇ ਹੋ। ਮਹਾਰਾਜ ਸਿੱਖ ਸੰਗਤਾਂ ਦੀਆਂ ਆਪ ਮਹਾਨ ਕਾਮਨਾ ਪੂਰੀਆਂ ਕਰਦੇ ਹੋ। ਮਹਾਰਾਜ ਮੈਂ ਆਪ ਜੀ ਦੀ ਪਤਨੀ, ਆਪ ਜੀ ਦੇ ਪਾਸ ਨਿਤ ਰਹੀ ਹਾਂ, ਪਰ ਮੈਨੂੰ ਵੀ ਇਹ ਪੁੱਤਰ ਦੇ ਵਿਛੋੜੇ ਦਾ ਦੁੱਖ ਹੈ। ਮੇਰਾ ਇੱਕੋ ਹੀ ਪੁੱਤਰ, ਤੇ ਉਸਨੇ ਵੀ ਸਰੀਰ ਤਿਆਗ ਦਿੱਤਾ, ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਮ੍ਰਿਤੂ ਪ੍ਰਾਪਤ ਕਰ ਲਈ। ਹੇ ਮਾਲਕ ਸਤਿਗੁਰੂ ਪਤੀ ਦੇਵ ਜੀ, ਮੈਂ ਕਿਸ ਦੇ ਆਸਰੇ ਨਾਲ ਇੱਥੇ ਜਿਉਵਾਂਗੀ। ਸਾਹਿਬਜ਼ਾਦਾ ਪੁੱਤਰ ਤਾਂ ਮੇਰਾ ਪਹਿਲਾਂ ਹੀ ਸਰੀਰ ਤਿਆਗ ਕੇ ਆਏ, ਸ਼ਹੀਦ ਹੋ ਗਿਆ। ਤੁਸੀਂ ਦੱਖਣ ਨੂੰ ਚਲੇ ਜਾਓਗੇ, ਮੈਨੂੰ ਇੱਥੇ ਦਿੱਲੀ ਛੱਡ ਕੇ ਜਾਓਗੇ। ਮੈਂ ਕਿਸ ਦੇ ਆਸਰੇ ਨਾਲ ਇਕੱਲੀ ਇੱਥੇ ਰਹਾਂਗੀ ਵਿਛੜ ਕੇ ਆਪ ਜੀ ਤੋਂ। ਮਾਤਾ ਜੀ ਕਹਿੰਦੇ ਆ ਵੀ ਸਤਿਗੁਰੂ ਜੀ ਉਹ ਸਾਰੀ ਯਾਦ ਆ ਰਹੀ ਆ ਕਿ ਆਪ ਜੀ ਦਾ ਕਿੱਡਾ ਵੱਡਾ ਪਰਿਵਾਰ, ਸਾਡਾ ਕਿੱਡਾ ਵੱਡਾ ਪਰਿਵਾਰ ਸੀ। ਅਨੰਦਪੁਰ ਸਾਹਿਬ ਦੇ ਵਿੱਚ ਐ ਵਸਦਾ ਰਸਦਾ ਘਰ, ਵਸਦਾ ਸ਼ਹਿਰ, ਵਸਦਾ ਪਰਿਵਾਰ। ਚਾਰੇ ਆਪਣੇ ਸਾਹਿਬਜ਼ਾਦੇ ਤੇ ਫਿਰ ਕੁਮਾਰ ਉਮਰ ਦੇ ਵਿੱਚ ਸੋਹਣੇ ਸਾਹਿਬਜ਼ਾਦੇ, ਸੋਹਣੇ ਪੁੱਤਰ, ਅਨੰਦਪੁਰ ਸਾਹਿਬ ਵਿੱਚ ਵਸਦਾ ਹੋਇਆ ਘਰ। ਤੇ ਸੱਸ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਨਾਲ ਅਸੀਂ ਸੁੱਖ ਦੇ ਸਹਿਤ ਅਨੰਦਪੁਰ ਸਾਹਿਬ ਰਹਿੰਦੇ ਸਾਂ। ਕਿਸੇ ਪ੍ਰਕਾਰ ਦਾ ਕੋਈ ਦੁੱਖ ਤਕਲੀਫ ਨਹੀਂ ਸੀ, ਕੋਈ ਸੰਕਟ ਨਹੀਂ ਸੀ, ਕਿਉਂਕਿ ਜਿਸ ਨਗਰ ਦਾ ਨਾਮ ਹੀ ਅਨੰਦਪੁਰ ਹੈ ਸਾਧ ਸੰਗਤ ਜੀ, ਤਾਂ ਉੱਥੇ ਹਰੇਕ ਪ੍ਰਕਾਰ ਦਾ ਆਨੰਦ। ਤਾਂ ਚਾਰੇ ਸਾਹਿਬਜ਼ਾਦੇ, ਮਾਤਾ ਜੀ, ਫਿਰ ਇਸੇ ਤਰ੍ਹਾਂ ਵੱਡਾ ਪਰਿਵਾਰ, ਸਿੱਖ ਸੰਗਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਰੋਜ਼ ਆਉਂਦੀਆਂ ਸੀ ਦਰਸ਼ਨ ਕਰਨ ਵਾਸਤੇ। ਰੋਜ਼ ਰੋਜ਼ ਨਵੇਂ ਸਿੱਖ ਸੰਗਤਾਂ ਆਉਣੀਆਂ, ਤੇ ਕਿਹੋ ਜਿਹਾ ਉਹ ਆਨੰਦ ਮਾਹੌਲ ਸੀ। ਉਂਝ ਤਾਂ ਇਹ ਸਿੱਖ ਦਾ ਆਨੰਦ ਕਦੀ ਗਵਾਚਦਾ ਹੀ ਨਹੀਂ ਹੈ, ਪਰ ਇਹ ਮਾਤਾ ਜੀ ਇਹ ਸੰਸਾਰੀ ਪੱਖ ਨੂੰ ਇੱਥੇ ਵਰਣਨ ਕਰ ਰਹੇ ਆ। ਉਂਝ ਤਾਂ ਉਹ ਸਦਾ ਆਨੰਦ ਵਿੱਚ ਹੀ ਆ ਮਾਤਾ ਜੀ ਆਪ, ਕਿਉਂਕਿ ਜਿਹੜਾ ਆਨੰਦ ਗੁਰੂ ਸਾਹਿਬ ਜੀ ਨੇ ਦਿੱਤਾ ਹੈ ਨਾ ਸਿੱਖਾਂ ਨੂੰ, ਉਹ ਆਨੰਦ ਕੋਈ ਬਾਹਰੋਂ ਵਸਣ ਨਾਲ ਜਾਂ ਬਾਹਰੋਂ ਉੱਜੜਨ ਨਾਲ ਉਹ ਆਨੰਦ ਨਹੀਂ ਉੱਜੜਦਾ। ਉਹ ਆਨੰਦ ਜਿਹੜਾ ਹੈ ਉਹਦੀ ਅਵਸਥਾ ਬੜੀ ਉੱਚੀ ਹੈ। ਉਸ ਨੂੰ ਮਹਾਰਾਜ ਨੇ ਕਥਨ ਕੀਤਾ ਬਾਣੀ ਦੇ ਵਿੱਚ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਜਿਹੜਾ ਆਨੰਦ ਹੈ ਪ੍ਰਭੂ ਦੀ ਆਗਿਆ ਵਿੱਚ ਰਹਿਣ ਵਾਲਾ, ਭਾਣੀ ਨੂੰ ਮਿੱਠਾ ਕਰਕੇ ਮੰਨਣ ਵਾਲਾ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਸ ਨੂੰ ਸੁਖਮਨੀ ਸਾਹਿਬ ਚ ਮਹਾਰਾਜ ਨੇ ਆਖਿਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਆਨੰਦ ਤੇ ਉਹ ਆ ਜਿਸ ਵਿੱਚ ਖੁਸ਼ੀ ਵੀ ਉਸ ਤਰ੍ਹਾਂ ਦੀ ਲੱਗਦੀ ਹੈ ਤੇ ਗਮੀ ਵੀ ਉਸ ਤਰ੍ਹਾਂ ਦੀ ਲੱਗਦੀ। ਤੈਸਾ ਹਰਖ ਤੈਸਾ ਉਸ ਸੋਗ,
सदा आनंद तह नहीं वियोग, तैसा स्वर्ण तैसी उस माटी। ओहो जिहा सोना ते ओहो जी मिट्टी आनंद दे विच। तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वरताए साई जुगत नानक ओह पुरख कही है जीवन मुक्त। तो माता जी बेनती करते आ कि किसी प्रकार का कोई संकट नहीं सी आनंदपुर साहिब की धरती ते। जिधर किधर नज़र मारते सां वेखदियां नेत्र ठंडे हुंदे सन, तां आनंद ही पैदा हुंदा सी। जिधरले पासे वेखदे सां साहिबजादे आनंदपुर साहिब की धरती ते भज्जे फिरदे, तां सिख संगतां दा दर्शन दीदार हुंदा सी। हुण चारे ही साहिबजादियां विचों कोई भी साहिबजादा नहीं रहा है। माता जी भी शरीर त्याग गए, शहादत प्राप्त कर गए, साहिबजादे भी। इस करके सारियां तो बिना हुण मैं दुर्भागण रही हाँ। हे सतगुरु पति देव जी, एक आप जी दे दर्शनां दी प्रेमण बन के हुण मैं रह रही हाँ। बाकी ते सारा परिवार जिहड़ा है वो शहीदी प्राप्त कर गया, ते आप जी दे दर्शनां दी अनुरागण हो के प्रेमण हो करके रह रही हाँ। पंक्ति रह गई निज ते। हे सतगुरु जी, तुसीं अपने नालों भी हुण मैनूं विछोड़ना चाहुंदे हो, ते अपने नालों भी जदों मैनूं पासे कर दोगे ते दिल्ली विच छड़ जाओगे ते फिर मेरी की हालत होवेगी। साहिबजादा मेरा तो पहलों ही शहीद हो गया है, सस माता जी भी शहीदी प्राप्त कर गए, उन्हों का भी विछोड़ा होया है शरीर करके। हुण आप जी के दर्शनां दी प्रेमण हाँ, ते तुसीं इत्थे छड़ जाओगे फिर मेरी कैसी हालत होवेगी। पर फिर भी सतगुरु जी तुसीं सर्व कला समर्थ हो, सब कुछ करन दे योग हो। जे मेरे हित चाहुंदे हो मेरे ते कृपा करनी। एक बारी फिर मेरे पुत्र अजीत सिंह नूं प्रगट करके मैनूं विखा दिओ, जिस नूं वेख करके मेरा चित्त शांति पा लवे। फिर मैं धीरज धर के इत्थे रह पवांगी दिल्ली दे विच। आप जी का ध्यान धर के आप जी नूं याद करके इत्थे रह पवांगी। हे सतगुरु जी, जदों मैं अपने साहिबजादे अजीत सिंह की सोहनी सूरत नूं याद करदी हाँ, तां वड्डा कष्ट हुंदा है विछोड़े दा। मेरा नौजवान पुत्र मैनूं छड्ड के और शहीदी प्राप्त की है, विछोड़ा होया है। कष्ट तां वड्डा हुंदा है, पर वो कष्ट इन्ना वड्डा है कि एक मैं मरदी ही नहीं हाँ। कष्ट तां बहुत है विछोड़े दा, एडा वड्डा विछोड़े दा दुख पहला मैनूं होया है। हुण आप जी दा विछोड़ा मैनूं हो जावेगा ते फिर इस विछोड़े करके मेरी की हालत होवेगी। फिर मैं किस दे आसरे ते रहांगी। तुसीं जगत दे गुरु हो, मेरे पति हो सतगुरु जी, ते मेरी ऐसी हालत है। एक बारी कृपा करो ते पुत्र की सूरत मैनूं विखा दिओ। ये मेरा जिहड़ा प्रयोजन है जिवें किवें करके पूरा कर दिओ। तुसीं लखां जनां दी इच्छा पूरी करदे हो। मेरे अत दी अभिलाखा बहुती अभिलाखा है मेरे मन दी। फिर आप जी की आज्ञा मन करके सुख दे सहित आप जी तो विछड़ करके भी इस दिल्ली शहर विच मैं रहांगी। इस तो आदि बेनतियां करके माता सुंदर कौर जी ने बहुत वैराग किया।
ਹਾਂ, ਸ਼ੋਕ ਦੇ ਵਿੱਚ ਮਨ ਪਰੋਇਆ ਹੋਇਆ ਹੈ, ਦੀਨ-ਮਨ ਹੋ ਕਰਕੇ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ। ਨਿਤ ਪ੍ਰਤੀ ਕਹਿੰਦੇ ਹਨ ਕਿ ਆਪਣੇ ਸਾਹਿਬਜ਼ਾਦੇ ਦੀ ਸੋਹਣੀ ਸੂਰਤ ਨੂੰ ਮਾਤਾ ਜੀ ਚਿਤਵਦੇ। ਇੱਕ ਇੱਕ ਦਿਨ ਇੱਕ ਇੱਕ ਸਾਲ ਦੀ ਤਰ੍ਹਾਂ ਬਤੀਤ ਹੁੰਦਾ। ਬਹੁਤ ਹੀ ਨਿਮਰਤਾ ਦਾ ਸਰੂਪ, ਅਤ ਸੁੰਦਰ ਤੇ ਪਤੀ ਵਰਤਾ ਧਰਮ ਦੇ ਵਿੱਚ ਜੋ ਪ੍ਰਪੱਕ ਹਨ ਮਾਤਾ ਸੁੰਦਰ ਕੌਰ ਜੀ ਤੇ ਧੀਰਜ ਨੂੰ ਧਾਰਨ ਕਰਨ ਵਾਲੇ। ਹਾਂਜੀ, ਪੜੋ। ਇਸ ਤਰ੍ਹਾਂ ਦੀਨ-ਮਨ ਹੋ ਕਰਕੇ ਬਹੁਤ ਨਿਮਰਤਾ ਦੇ ਨਾਲ ਇਹ ਵਿਛੋੜੇ ਦਾ ਦੁੱਖ ਜਿਹੜਾ ਹੈ ਮਾਤਾ ਸੁੰਦਰ ਕੌਰ ਜੀ ਨੇ ਸਤਿਗੁਰੂ ਪਤੀ ਦੇਵ ਜੀ ਨੂੰ ਬੇਨਤੀ ਕਰਕੇ ਸੁਣਾਇਆ। ਇਸ ਤਰ੍ਹਾਂ ਬੇਨਤੀ ਦੀ ਸਾਰੀ ਬਾਣੀ ਆਪਣੇ ਮਹਿਲ ਮਾਤਾ ਸੁੰਦਰ ਕੌਰ ਜੀ ਦੀ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਨੇ ਸੁਣ ਕਰਕੇ ਮਾਤਾ ਜੀ ਨੂੰ ਹਰਖ ਦੇਣ ਵਾਸਤੇ, ਭਾਵ ਖੁਸ਼ੀ ਦੇਣ ਵਾਸਤੇ ਫਿਰ ਕੋਮਲ ਬਚਨ ਆਪਣੀ ਰਸਨਾ ਤੋਂ ਕਹੇ। ਹੇ ਸ਼ੁਭ ਮਤੇ, ਆਖਿਆ ਹੈ ਸ੍ਰੇਸ਼ਟ ਮਤ ਨੂੰ ਧਾਰਨ ਕਰਨ ਵਾਲੀ ਸੁੰਦਰ ਕੌਰ, ਅਖਲ ਜੇ ਲੋਕ, ਜਿੰਨੇ ਸਾਰੇ ਲੋਕ ਹਨ, ਇਹ ਮਾਤ ਲੋਕ ਹੈ, ਪਤਾਲ ਲੋਕ ਹੈ ਤੇ ਆਕਾਸ਼ ਲੋਕ ਹੈ, ਤੇ ਅਖਲ ਲੋਕ ਤੋਂ ਭਾਵ ਜਿੰਨੀ ਸ੍ਰਿਸ਼ਟੀ ਹੈ, ਜਿੰਨੇ ਮਰਦ ਤੇ ਇਸਤਰੀਆਂ ਸਭ ਲੋਕ ਹਨ, ਇਹ ਸਾਰੇ ਨਾਮ ਰੂਪ ਆ ਜੋ ਨਾਨਾ ਪ੍ਰਕਾਰ ਦੇ ਤੁਸੀਂ ਵੇਖ ਰਹੇ ਹੋ ਨਾ। ਹਰੇਕ ਸਰੀਰ ਦਾ ਕੋਈ ਨਾ ਕੋਈ ਨਾਮ ਹੈ ਤੇ ਹਰੇਕ ਦਾ ਕੋਈ ਨਾ ਕੋਈ ਰੂਪ ਹੈ। ਇੱਥੇ ਇਕੱਲੇ ਸਰੀਰਾਂ, ਮਨੁੱਖ ਦੇ ਸਰੀਰਾਂ ਦੀ ਗੱਲ ਨਹੀਂ, ਜਿੰਨੀ ਵੀ ਰਚਨਾ ਹੈ ਹਰੇਕ ਵਸਤੂ ਦਾ ਕੋਈ ਨਾਮ ਹੈ ਤੇ ਕੋਈ ਉਹਦਾ ਰੂਪ, ਕੋਈ ਆਕਾਰ ਹੈ। ਮਹਾਰਾਜ ਕਹਿਣ ਲੱਗੇ ਕਿ ਸੁੰਦਰ ਕੌਰ, ਇਹ ਸਾਰਾ ਸੰਸਾਰ ਹੀ ਬਿਨਸਨਾਰ ਹੈ। ਜਿਸ ਦਾ ਕੋਈ ਆਕਾਰ ਬਣਿਆ ਹੈ ਤੇ ਜਿਸ ਦਾ ਕੋਈ ਨਾਮ ਹੈ, ਇਹ ਨਾਮ ਰੂਪ ਪ੍ਰਪੰਚ ਸਾਰਾ ਹੀ ਇਹ ਬਿਨਸਨਾਰ ਹੈ। ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ। ਜਿਹੜੇ ਪਿਛਲੇ ਸਮੇਂ ਵਿੱਚ ਸੀ ਉਹ ਅਗਲੇ ਸਮੇਂ ਵਿੱਚ ਨਹੀਂ ਰਹਿੰਦੇ, ਜਿਹੜੇ ਹੋਣ ਵਾਲੇ ਸਮੇਂ ਵਿੱਚ ਹਨ ਇਹਨਾਂ ਆਉਣ ਵਾਲੇ ਸਮਿਆਂ 'ਚ ਨਹੀਂ ਰਹਿਣਾ। ਜਿਹੜੇ ਪਿਛਲੇ ਸਮੇਂ ਵਿੱਚ ਸਨ ਉਹ ਅਗਲੇ ਸਮੇਂ 'ਚ ਨਹੀਂ ਹਨ, ਜਿਹੜੇ ਭੂਤਕਾਲ ਵਿੱਚ ਸੀ ਉਹ ਭਵਿੱਖਤ ਵਿੱਚ ਨਹੀਂ ਰਹਿਣਗੇ। ਪਰ ਗਰੀਬ ਨਵਾਜ ਕਹਿਣ ਲੱਗੇ ਆਪਣੇ ਮਹਿਲ ਆਪਣੀ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਨੂੰ ਕਿ ਜਿਹੜੇ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੋ ਕਰਕੇ, ਆਪਣੇ ਧਰਮ ਵਿੱਚ ਰਹਿ ਕਰਕੇ ਜਿਨ੍ਹਾਂ ਨੇ ਸਵਾਸ ਪੂਰੇ ਕੀਤੇ, ਜਿਹੜੇ ਆਪਣੇ ਧਰਮ ਵਿੱਚ ਪ੍ਰਪੱਕ ਹੋ ਕਰਕੇ ਮਰੇ ਹਨ, ਉਹਨਾਂ ਲੋਕਾਂ ਨੂੰ ਧੰਨ ਕਿਹਾ ਜਾ ਸਕਦਾ, ਬਾਕੀਆਂ ਨੂੰ ਧੰਨ ਨਹੀਂ ਕਿਹਾ ਜਾ ਸਕਦਾ। ਦੁਨੀਆ ਬੜੀ ਆਈ ਤੇ ਬੜੀ ਚਲੀ ਗਈ, ਹਰ ਰੋਜ਼ ਪੈਦਾ ਹੋ ਰਹੇ ਆ ਤੇ ਹਰ ਰੋਜ਼ ਮਰ ਵੀ ਰਹੇ ਆ, ਪਰ ਜਿਹੜੇ ਆਪਣੇ ਧਰਮ ਦੇ ਵਿੱਚ ਪ੍ਰਪੱਕ ਰਹਿ ਕਰਕੇ ਮਰੇ ਉਹਨਾਂ ਲੋਕਾਂ ਨੂੰ ਧੰਨ ਕਿਹਾ ਜਾਂਦਾ ਹੈ। ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਤਰ ਗਏ ਸੰਸਾਰ ਸਮੁੰਦਰ ਨੂੰ। ਮਨੁੱਖਾ ਸਰੀਰ ਪ੍ਰਾਪਤ ਹੋਣ ਦਾ ਇਹ ਕਾਰਜ ਹੈ, ਕਿਉਂਕਿ ਜਹਾਜ਼ ਵਾਂਗ ਤਰਨੇ ਤੇ ਤਾਰਨੇ ਲਈ ਮਨੁੱਖਾ ਸਰੀਰ ਹੈ। ਮਹਾਰਾਜ ਕਹਿੰਦੇ ਮਨੁੱਖਾ ਸਰੀਰ ਇੱਕ ਜਹਾਜ਼ ਮਿਲਿਆ ਵਾ। ਮਨੁੱਖਾ ਸਰੀਰ ਧਾਰਨ ਕਰਕੇ ਇਨਸਾਨ ਆਪ ਵੀ ਤਰੇ ਤੇ ਦੂਜਿਆਂ ਨੂੰ ਵੀ ਤਾਰੇ। ਆਪ ਕਿਵੇਂ ਤਰੇਗਾ ਤੇ ਦੂਜਿਆਂ ਨੂੰ ਕਿਵੇਂ ਤਾਰੇਗਾ? ਨਾਮ ਜਪ ਕੇ, ਸੇਵਾ ਤੇ ਸਿਮਰਨ ਕਰਕੇ ਆਪ ਵੀ ਤਰੇਗਾ ਤੇ ਸੇਵਾ ਸਿਮਰਨ ਦੀ ਪ੍ਰੇਰਨਾ ਦੇ ਕੇ ਦੂਜਿਆਂ ਨੂੰ ਵੀ ਸੇਵਾ ਸਿਮਰਨ ਵਿੱਚ ਲਾ ਕੇ ਦੂਜਿਆਂ ਨੂੰ ਵੀ ਤਾਰੇਗਾ। ਆਪਾਂ ਸ਼ਲੋਕ ਪੜ੍ਹਦੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਰਚਨਾ ਦੇ ਵਚਨ ਤੇ ਅਖੀਰਲੀਆਂ ਪੰਕਤੀਆਂ ਵਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਆਪ ਨਾਮ ਧਿਆਇਆ ਉਹ ਵੀ ਤਰ ਗਏ ਤੇ ਕਿਤਨੀ ਸ੍ਰਿਸ਼ਟੀ ਉਹਨਾਂ ਦੇ ਨਾਲ ਛੁਟਕਾਰਾ ਪਾ ਗਈ, ਕੇਤੀ ਛੁੱਟੀ ਨਾਲ।
इस करके गरीब नवाज कहते मनुखा शरीर ये जहाज दी ने आई, आप भी तरे इंसान ते दूजिਆਂ ਨੂੰ भी तारे। कहन लगे सुंदर कौर तेरे पुत्र ने तो शहीदी प्राप्त की, ਉਹਦੇ वास्ते तो इस तरह वैराग नहीं करना चाहिए। तेरे पुत्र ने तो धर्म दे विच प्रपक्ष हो करके शरीर त्यागया, उसने तो छत्रियां वाला धर्म निभाया। छत्रियां वाला शस्त्रधारी हो करके जबर ते जुल्म का मुकाबला करदिया होया शहीदी प्राप्त की। सूरा सो पहचानिया जो लड़ै दीन के हेत, पुरजा पुरजा कट मरै कब होना छाड़ै खेत। तेरा पुत्र ते जोधा, तेरा पुत्र ते सूरमा, तेरा पुत्र ते शहीद होया सच हक ते चलदिया होया। इस करके छतरी को पूत, छतरी का पुत्र छतरी पुणे विच रह करके छतरियां वाला धर्म निभाया तेरे पुत्र ने। इस करके जंग दे मैदान विच उसने वड्डा भारी छतरियां वाला धर्म निभाया है। ते जंग दे मैदान विच चमकौर गढ़ी विच 8 पोह नूं लड़दिया होया सैकड़ियां की गिणती दे विच जिहड़े शत्रु सी ना उन्हां नूं वढ वढ के थल्ले सुट दिता। ते आप जूझ के जंग करदिया होया शहीदी प्राप्त करके ते सचखंड चले गए। हे सुंदर कौर तेरे पुत्र अजीत सिंह दा उत्थे वासा होया वा जिथे सब तरह के सब रीतां दे सुख हन। वेदां पुराणां दी भी गवाही आ, वेद पुराण भी कहते हैं भी उत्थे वड्डा भारी सुख है। तेरा पुत्र वो सुख स्थान ते गया, ਉਹਦਾ दरगाह विच वासा होया, वो सचखंड विच जाके वसिया। क्योंकि जिहड़ा धर्म विच चलदा है ਉਹਦਾ लोक भी सुखी, ਉਹਦਾ परलोक भी सुहेला। गुरु साहब जी ने सुख की व्याख्या अपने नजरिए नाल कीती है। संसार का नजरिया वखरा हुंदा है, पर जिहड़ा धर्म विच रह करके कुर्बान हुंदा है वो आत्मक सुख प्राप्त करता है, ते वो परलोक विच भी वो सुखी हुंदा है। उसे नूं आखिया गुरमुख जन्म सवार दरगह चलिया, सच्ची दरगह जाए सच्चा पेड़ मलिया। महाराज जी कहन लगे भी वो तो उत्थे सचखंड विच जाके वसे आ, गुरपुरी विच उन्हां दा वासा होया, शहीद होए कि उन्हां नूं सदा वास्ते धन किया जाएगा। धन जीओ तेह को जग में, मुख ते हर चित में जुद विचारै, देह अनित ना नित रहै, जस नाव चढ़ै भव सागर तारै, धीरज धाम बनाए यह तन, बुद्ध सो दीपक ज्यों जियारै, ज्ञान है कि बढ़नी मनों हाथ लै, कातरता कुतवार बुहारै। गुरु जी के पावनी इतिहास दीआं विचारां साझीआं करदे होईआं भुल्लां चुकां दी सतगुरु जी गुर संगत जी हिमा देनी किवें महाराज साहब जी उपदेश दे करके माता सुंदर कौर जी नूं दिल्ली विच छड्ड के जांदे हन। वो अगले प्रसंग विच सारा जिक्र आवेगा। सतगुरु जी आप आगरे पहुँचणगे, बहादुर शाह जिवें मिलदा है वो सारे प्रसंग अगे आउणगे। साध संगत जी हे गोबिंद हे गोपाल हे दयाल लाल, प्राणनाथ अनाथ सखे दीन दर्द निवार, हे समरथ अगम पूरन मोहे मया तार, अंधकूप महाभयान नानक पारे उतार, आए प्रभ सरनागति कृपा नित दयाल, एक अखर हर मन बसत नानक होत निहाल, कथा निता प्रत होत है सुनहो सिंह सुजान, नानक गुर गोबिंद सिंह जी सदा करे कल्याण, नानक गुर गोबिंद सिंह जी
ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।